ਹੈਲੋ एवरीवन, मैं ਤੁਹਾਡੀ ਇੰਗਲਿਸ਼ ਐਜੂਕੇਟਰ ਸਵਾਗਤ ਕਰਦੀ ਹਾਂ ਤੁਹਾਡਾ ਗਿਲਜ਼ ਮੈਂਟੋਰ ਦੇ ਈ-ਲਰਨਿੰਗ ਪਲੇਟਫਾਰਮ ਤੇ ਆਪਾਂ ਸ਼ੁਰੂ ਕਰਨ ਵਾਲੇ ਹਾਂ ਪ੍ਰੋਨਾਊਨਸ ਨੂੰ। ਅੱਗੇ ਹੀ ਆਪਾਂ ਕੰਟੀਨਿਊ ਕਰਨ ਵਾਲੇ ਹਾਂ। ਤੇ ਕੱਲ ਆਪਾਂ ਜੋ ਕੀਤਾ ਸੀ ਤੁਸੀਂ ਰਿਵਾਈਜ਼ ਕਰ ਲਿਆ ਹੋਣਾ। ਜਿਹੜਾ ਟੇਬਲ ਹੈ ਉਹ ਵੀ ਚੰਗੀ ਤਰ੍ਹਾਂ ਤੁਸੀਂ ਇੱਕ ਦੋ ਵਾਰੀ ਤਾਂ ਪੜ੍ਹ ਹੀ ਲਿੱਤਾ ਹੋਣਾ, ਤਾਂ ਕਿ ਐਟਲੀਸਟ ਤੁਹਾਨੂੰ ਓਬਜੈਕਟਿਵ ਕੇਸ ਹੈ ਜਿਹੜੀਆਂ ਇਹ ਚੀਜ਼ਾਂ ਪਤਾ ਲੱਗਣ ਲੱਗ ਗਈਆਂ ਹੋਣਗੀਆਂ। ਤਾਂ ਹੁਣ ਆਪਾਂ ਅੱਗੇ ਚੱਲਦੇ ਹਾਂ। ਤੇ ਜਿਹੜੇ ਬੱਚੇ ਇਸ ਵੀਡੀਓ ਨੂੰ ਮਤਲਬ ਕਿ ਪਹਿਲੀ ਵਾਰ ਦੇਖ ਰਹੇ ਹੈ, ਪਹਿਲੀ ਵਾਰ ਇਨ ਦਾ ਸੈਂਸ ਕਿ ਜਿਹੜੇ ਮੇਰੇ ਨਾਲ ਪਹਿਲੀ ਵਾਰ ਜੁੜ ਰਹੇ ਹੈ, ਉਹ ਪਲੀਜ਼ ਪਹਿਲਾਂ ਪ੍ਰੋਨਾਊਨ ਦੇ ਜਿਹੜੇ 2 ਲੈਕਚਰ ਹੋ ਚੁੱਕੇ ਆ ਉਹਨਾਂ ਨੂੰ ਦੇਖੋ, ਕਿਉਂਕਿ ਉਸ ਤੋਂ ਬਗੈਰ ਇਹ ਥੋੜ੍ਹਾ ਕਈ ਵਾਰ ਕੀ ਹੁੰਦਾ ਨਹੀਂ ਸਮਝ ਆਉਂਦਾ। ਚਲੋ ਆਪਾਂ ਸਟਾਰਟ ਕਰਦੇ ਹਾਂ। ਤੇ ਸਟਾਰਟ ਕਰਨ ਤੋਂ ਪਹਿਲਾਂ ਇਹਨੂੰ ਆਪਦੇ ਐਟਲੀਸਟ 10 ਬੰਦਿਆਂ ਦੇ ਨਾਲ, ਮਤਲਬ ਕਿ ਆਪਦੇ 10 ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਓ। ਤੇ ਮੈਨੂੰ ਪਤਾ ਤੁਹਾਡੇ ਹਰ ਇੱਕ ਦੇ 10 ਦੋਸਤ ਤਾਂ ਘੱਟੋ ਘੱਟ ਹੋਣਗੇ ਹੀ, ਤਾਂ ਉਹਨਾਂ ਨਾਲ ਸ਼ੇਅਰ ਕਰੋ ਤਾਂ ਕਿ ਆਪਣਾ ਜਿਹੜੇ ਟੌਪਿਕ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕਣ। ਸਟਾਰਟ ਕਰਦੇ ਹਾਂ। ਐਰਰ ਦੱਸਣੀ ਹੈ ਪਹਿਲਾਂ ਤੁਸੀਂ ਇਸ ਦੇ ਵਿੱਚ ਕੀ ਹੈ। ਨੀਦਰ ਆਫ 5 ਕ੍ਰਿਮੀਨਲਸ ਹੈਜ਼ ਬੀਨ ਅਰੈਸਟਡ। ਚਲੋ ਨੈਕਸਟ ਦੇਖਦੇ ਹਾਂ। ਇੱਕ ਬੱਚੇ ਨੇ ਕਮੈਂਟ ਬਾਕਸ 'ਚ ਪੁੱਛਿਆ ਹੋਇਆ ਸੀਗਾ ਕਿ ਮੈਮ ਤੁਸੀਂ ਟਾਈਪਸ ਵੀ ਕਰਵਾਓਗੇ। ਦੇਖੋ ਆਪਾਂ ਟਾਈਪਸ ਨੂੰ ਐਰਰ ਜਾਂ ਉਸਦੇ ਥਰੂ ਕਹਿੰਦੇ ਕਨਸੈਪਟ ਦੇ ਥਰੂ ਹੀ ਕਰਾਂਗੇ, ਲੇਕਿਨ ਐਵੇਂ ਅਲੱਗ-ਅਲੱਗ ਜਿਹੜੀ ਮਤਲਬ ਕਿ ਟਾਈਪਸ ਹੈ ਉਹ ਐਵੇਂ ਨਹੀਂ ਯਾਦ ਰੱਖਣੀ ਇਸ ਟਾਈਪ ਦੇ ਵਿੱਚ ਐਵੇਂ ਹੁੰਦਾ ਉਹ ਸਾਰੀਆਂ ਵੈਸੇ ਮੈਂ ਨਾਲ ਦੱਸੂੰਗੀ, ਕਿਉਂਕਿ ਆਪਾਂ ਨੂੰ ਉੱਥੇ ਇੰਗਲਿਸ਼ ਦਾ ਓਬਜੈਕਟਿਵ ਪੇਪਰ ਆਉਣਾ, ਨਾ ਕਿ ਆਪਾਂ ਕੁਛ ਲਿਖ ਕੇ ਆਉਣਾ। ਤਾਂ ਆਪਾਂ ਨੂੰ ਤਾਂ ਐਰਰ ਜਾਂ ਫਿਰ ਇਸ ਚੀਜ਼ ਦਾ ਕਿੱਥੇ ਯੂਜ਼ ਹੁੰਦਾ ਉਹ ਪਤਾ ਹੋਣਾ ਚਾਹੀਦਾ। ਤਾਂ ਪਹਿਲਾਂ ਆਪਾਂ ਈਦਰ ਔਰ ਮਤਲਬ ਕਿ ਡਿਸਟਰੀਬਿਊਟਿਵ ਪ੍ਰੋਨਾਊਨਸ ਦਾ ਦੇਖਦੇ ਹਾਂ। ਡਿਸਟਰੀਬਿਊਟਿਵ ਪ੍ਰੋਨਾਊਨਸ ਦੇ ਵਿੱਚ ਹੁੰਦਾ ਈਦਰ ਐਂਡ ਨੀਦਰ। ਠੀਕ ਹੈ, ਪਹਿਲੀ ਗੱਲ ਤਾਂ ਈਦਰ ਅਤੇ ਨੀਦਰ ਪਤਾ ਹੋਣਾ ਚਾਹੀਦਾ ਆਪਾਂ ਕਿੱਥੇ ਯੂਜ਼ ਕਰਦੇ ਹਾਂ ਅਤੇ ਕਿੱਥੇ ਯੂਜ਼ ਨਹੀਂ ਕਰਦੇ। ਹੁਣ ਈਦਰ ਹੈ ਨਾ ਜਿਹੜਾ, ਉਹ ਪਹਿਲੀ ਗੱਲ ਤਾਂ ਦੋਨੋਂ ਹੀ ਆਪਾਂ ਸਿਲੈਕਸ਼ਨ ਵਾਸਤੇ ਜਾਂ ਕਿਸੇ ਵੀ ਚੀਜ਼ ਨੂੰ ਚੂਜ਼ ਕਰਨ ਵਾਸਤੇ ਕਰਦੇ ਹਾਂ। ਠੀਕ ਹੈ, ਅਗਰ ਆਪਾਂ ਕਹੀਏ ਨਾ ਈਦਰ ਆਫ 2 ਥਿੰਗਸ, ਮਤਲਬ ਕਿ ਈਦਰ ਮਤਲਬ ਇਹਨਾਂ ਦੋਨਾਂ 'ਚੋਂ ਕੋਈ ਇੱਕ। ਠੀਕ ਹੈ, ਈਦਰ ਹੁੰਦਾ ਪੋਜ਼ੀਟਿਵ ਲਈ ਅਤੇ ਨੀਦਰ ਹੁੰਦਾ ਨੈਗੇਟਿਵ ਲਈ, ਮਤਲਬ ਕਿ ਇਹਨਾਂ ਦੋਨਾਂ ਚੀਜ਼ਾਂ 'ਚੋਂ ਕੋਈ ਵੀ ਨਹੀਂ। ਹੁਣ ਦੇਖੋ, ਜਦੋਂ ਵੀ ਈਦਰ ਐਂਡ ਨੀਦਰ ਕੈਨ ਬੀ ਯੂਜ਼ਡ ਓਨਲੀ ਵੈਨ ਸਪੀਕਿੰਗ ਅਬਾਊਟ 2 ਪਰਸਨ ਔਰ ਥਿੰਗਸ। ਹੁਣ ਇਹ ਹੈ ਕਿ ਈਦਰ ਜਾਂ ਫਿਰ ਨੀਦਰ ਹੈ ਨਾ ਜਿਹੜਾ, ਉਹ ਸਿਰਫ ਆਪਾਂ 2 ਜਾਣਿਆਂ ਵਾਸਤੇ ਹੀ ਵਰਤ ਸਕਦੇ ਹਾਂ। 2 ਜਾਣਿਆਂ ਤੋਂ ਵੱਧ ਲਈ ਈਦਰ ਜਾਂ ਨੀਦਰ ਦਾ ਯੂਜ਼ ਹੈ ਜਿਹੜਾ ਉਹ ਨਹੀਂ ਕੀਤਾ ਜਾਂਦਾ। ਮੈਂ ਸਪੈਸ਼ਲੀ ਤੁਹਾਨੂੰ ਨੋਟ ਦੇ ਵਿੱਚ ਵੀ ਇਹ ਚੀਜ਼ ਦਿੱਤੀ ਹੈ। ਈਦਰ ਦਾ ਮਤਲਬ ਸਮਝ ਆ ਗਿਆ ਨਾ, ਕਿ ਜਦੋਂ ਆਪਾਂ 2 ਚੀਜ਼ਾਂ 'ਚੋਂ ਕੋਈ ਇੱਕ ਚੀਜ਼ ਚੂਜ਼ ਕਰਨੀ ਹੈ। ਨੀਦਰ ਦਾ ਮਤਲਬ ਦੋਨਾਂ 'ਚੋਂ ਕੋਈ ਵੀ ਨਹੀਂ। ਹੁਣ ਆਪਾਂ ਐਗਜ਼ਾਮਪਲ ਦੇਖਦੇ ਹਾਂ। ਐਗਜ਼ਾਮਪਲ ਆਪਣੇ ਕੋਲ ਈਦਰ ਆਫ ਦੀਜ਼ 2 ਬੋਇਜ਼, ਮਤਲਬ ਕਿ ਇਹਨਾਂ ਦੋਨਾਂ ਬੋਇਜ਼ 'ਚੋਂ ਕੋਈ ਇੱਕ। ਇੱਥੇ ਕਿ ਨੀਦਰ ਆਫ ਦੀਜ਼ 2 ਗਰਲਸ, ਮਤਲਬ ਇਹਨਾਂ ਦੋਨਾਂ ਗਰਲਸ 'ਚੋਂ ਕੋਈ ਵੀ ਨਹੀਂ। ਜਿਵੇਂ ਕਿ ਇਹ ਪੂਰਾ ਸੈਂਟੈਂਸ ਦੇਖੋ, ਈਦਰ ਰੋਡ ਵਿਲ ਲੀਡ ਟੂ ਦਾ ਰੇਲਵੇ ਸਟੇਸ਼ਨ, ਮਤਲਬ ਕਿ ਇਹਨਾਂ ਦੋਨਾਂ ਰੋਡ 'ਚੋਂ ਕੋਈ ਇੱਕ ਰੇਲਵੇ ਸਟੇਸ਼ਨ ਵੱਲ ਜਾਊਗੀ। ਹੁਣ ਈਦਰ ਕੀ ਹੋਇਆ, ਇਹਨਾਂ ਦੋਨਾਂ ਵਿੱਚੋਂ ਕੋਈ ਇੱਕ ਨਾ, ਤਾਂ ਨੀਦਰ ਦਾ ਮਤਲਬ ਹੋ ਗਿਆ ਇਹਨਾਂ ਦੋਨਾਂ 'ਚੋਂ ਕੋਈ ਵੀ ਨਹੀਂ। ਜਿਵੇਂ ਕਿ ਨਨ ਆਫ 3 ਆਨਸਰ ਇਜ਼ ਕਰੈਕਟ। ਪਹਿਲਾਂ ਇਹ ਕਰਨ ਤੋਂ ਪਹਿਲਾਂ ਅੱਛਾ ਇੱਕ ਕੁਐਸਚਨ ਦਿਮਾਗ 'ਚ ਆਉਂਦਾ ਆਪਣੇ। ਚਲੋ ਠੀਕ ਹੈ, ਇਹ ਤਾਂ ਗੱਲ ਹੋ ਗਈ ਆਪਣੇ ਕੋਲੇ ਕਿ ਅਗਰ ਆਪਾਂ 2 ਦੇ ਵਿੱਚ ਚੂਜ਼ ਕਰਨਾ ਹੈ ਤਾਂ ਈਦਰ ਲੱਗ ਜੂਗਾ, ਅਗਰ ਦੋਨਾਂ 'ਚੋਂ ਕੁਛ ਵੀ ਚੂਜ਼ ਨਹੀਂ ਕਰਨਾ ਤਾਂ ਨੀਦਰ ਲੱਗ ਜੂਗਾ। ਅਤੇ ਅਗਰ ਬਾਈ ਚਾਂਸ ਆਪਣੇ ਕੋਲੇ 2 ਤੋਂ ਵੱਧ ਚੀਜ਼ਾਂ ਆ ਗਈਆਂ ਤਾਂ ਆਪਾਂ ਕੀ ਯੂਜ਼ ਕਰਾਂਗੇ, ਕੋਈ ਆਈਡੀਆ? ਤਾਂ ਈਦਰ ਦੀ ਜਗ੍ਹਾ ਫਿਰ ਕੀ ਯੂਜ਼ ਕੀਤਾ ਜਾਊਗਾ? ਅਗਰ 2 ਤੋਂ ਵੱਧ ਚੀਜ਼ਾਂ ਆ ਗਈਆਂ, ਮਤਲਬ ਕਿ 3 4 5 ਜੋ ਵੀ ਹੋ ਸਕਦਾ ਹੈ, ਨੀਦਰ ਆ ਗਿਆ ਤਾਂ ਕੀ ਆਊਗਾ? 3 4 5 ਕੀ ਆਊਗਾ? ਈਦਰ ਦੀ ਜਗ੍ਹਾ ਕੀ ਯੂਜ਼ ਹੋ ਜਾਊਗਾ ਫਿਰ? ਐਨੀ ਜਾਂ ਫਿਰ ਐਨੀ ਵਨ। ਅਤੇ ਉਹੀ ਨੀਦਰ ਦੀ ਜਗ੍ਹਾ ਕੀ ਯੂਜ਼ ਹੋ ਜਾਂਦਾ? ਨਨ। ਦੇਖਦੇ ਹਾਂ ਹੁਣ ਆਪਾਂ ਆਪਣੇ ਕੋਲੇ ਪਹਿਲਾਂ ਸੈਂਟੈਂਸ ਦੇਖਦੇ ਹਾਂ। ਜਿਵੇਂ ਕਿ ਨਨ ਆਫ 3 ਆਨਸਰਸ ਇਜ਼ ਕਰੈਕਟ। 3 ਆਨਸਰਸ ਹੋ ਗਏ, 2 ਤੋਂ ਜ਼ਿਆਦਾ ਹੋ ਗਏ ਆਪਣੇ ਕੋਲੇ। 2 ਤੋਂ ਜ਼ਿਆਦਾ ਤਾਂ ਆਪਾਂ ਨੀਦਰ ਤਾਂ ਲਗਾ ਨਹੀਂ ਸਕਦੇ। ਠੀਕ ਹੈ, ਤਾਂ ਨੀਦਰ ਨਹੀਂ ਲਗਾਵਾਂਗੇ ਤਾਂ ਉੱਥੇ ਕੀ ਲਾਵਾਂਗੇ? ਨਨ। ਮਤਲਬ ਕਿ ਇਹਨਾਂ 3 ਆਨਸਰਸ 'ਚੋਂ ਕੋਈ ਵੀ ਕਰੈਕਟ ਨਹੀਂ ਹੈਗਾ। ਹੁਣ ਅਗਰ ਆਪਾਂ ਕਹੀਏ ਯੂ ਕੈਨ ਟੇਕ ਐਨੀ ਆਫ ਦਾ 3 ਸ਼ਰਟਸ, ਮਤਲਬ ਕਿ ਤੁਸੀਂ ਆਪ ਕਹਿੰਦੇ ਨਹੀਂ ਹੁੰਦੇ, ਕੋਈ ਵੀ ਆਪਣੇ ਮਹਿਮਾਨ ਘਰੇ ਆਉਂਦਾ, ਉਹਦੇ ਕੋਲ ਕੱਪੜੇ ਹੈ ਨਹੀਂ ਹੈ ਨਾ ਬਾਈ ਚਾਂਸ, ਤਾਂ ਆਪਾਂ ਕਹਿੰਦੇ ਹਾਂ ਮੇਰੀ ਆਹ ਸ਼ਰਟ ਪਈ ਹੈ, ਕੋਈ ਵੀ ਇੱਕ ਲੈ ਲਾ, ਹੈ ਨਾ। ਯਾਰ ਦੋਸਤ ਨੂੰ ਵੀ ਕਹਿ ਦਿੰਦੇ ਹਾਂ। ਤਾਂ ਉਹਦੇ 'ਚ ਕੀ ਹੁੰਦਾ, ਕੋਈ ਵੀ ਇੱਕ। ਹੁਣ ਜੇ ਤੁਹਾਡੇ ਕੋਲ ਸਪੋਜ਼ 3 ਸ਼ਰਟ ਹੈ, ਠੀਕ ਹੈ, ਤਾਂ ਉਹਦੇ 'ਚ ਤੁਸੀਂ ਕਹਿ ਰਹੇ ਹੋ ਕੋਈ ਵੀ ਇੱਕ ਲੈ ਲਾ, ਤਾਂ ਤੁਸੀਂ ਕਹੋਗੇ ਐਨੀ ਯੂਜ਼ ਕਰੋਗੇ,
ਕਿਉਂਕਿ ਇੱਥੇ ਆਪਣੀਆਂ ਜਿਹੜੀਆਂ ਚੀਜ਼ਾਂ ਉਹ 2 ਤੋਂ ਜ਼ਿਆਦਾ ਹੋ ਚੁੱਕੀਆਂ। ਕੀ ਕਹਿਣਾ ਹੈ, ਯੂ ਕੈਨ ਟੇਕ ਐਨੀ ਆਫ ਦੀ 3 ਸ਼ਰਟਸ, ਕਿ ਤੁਸੀਂ ਇਹਨਾਂ 'ਚੋਂ ਕੋਈ ਵੀ ਇੱਕ ਸ਼ਰਟ ਹੈ ਜਿਹੜੀ 3 ਸ਼ਰਟਾਂ 'ਚੋਂ ਲੈ ਸਕਦੇ ਹੋ। ਤਾਂ ਹੁਣ ਆਪਣੇ ਕੋਲੇ ਕੀ ਆਇਆ, ਇੱਥੇ ਮੈਂ ਕਲੀਅਰਲੀ ਤੁਹਾਨੂੰ ਦੱਸਿਆ ਹੋਇਆ ਈਦਰ ਹੈ ਜਿਹੜਾ ਯੂਜ਼ ਹੁੰਦਾ ਹੈ 2 ਪਰਸਨਸ ਦੇ ਲਈ, ਐਨੀ ਜਾਂ ਫਿਰ ਐਨੀਵਨ ਯੂਜ਼ ਹੁੰਦਾ ਮੋਰ ਦੈਨ 2 ਪਰਸਨ ਲਈ, ਮਤਲਬ ਕਿ 2 ਜਾਂ ਉਸ ਤੋਂ ਜ਼ਿਆਦਾ ਲਈ। ਨੀਦਰ ਦਾ ਯੂਜ਼ ਕੀਤਾ ਜਾਂਦਾ 2 ਪਰਸਨਸ ਲਈ, ਮਤਲਬ ਕਿ ਇਹ ਨੈਗੇਟਿਵ ਨਾ ਕਹਿਣਾ ਹੋ ਗਿਆ ਅਗਰ ਆਪਾਂ ਕੁਛ ਉਦੋਂ ਯੂਜ਼ ਕੀਤਾ ਹੈ। ਅਤੇ ਨਨ ਯੂਜ਼ ਹੁੰਦਾ ਅਗਰ ਆਪਾਂ 2 ਤੋਂ ਜ਼ਿਆਦਾ ਪਰਸਨਸ ਦੀ ਗੱਲ ਹੈ ਜਿਹੜੀ ਉਹ ਕਰਨੀ ਹੋਵੇ। ਹੁਣ ਆਪਾਂ ਅੱਗੇ ਚੱਲਦੇ ਹਾਂ। ਇਸ ਦੇ ਵਿੱਚ ਮੈਨੂੰ ਐਰਰ ਦੱਸ ਸਕਦੇ ਹੋ, ਨੀਦਰ ਆਫ 5 ਕ੍ਰਿਮੀਨਲਸ ਹੈਜ਼ ਬੀਨ ਅਰੈਸਟਡ। ਜਿਨ੍ਹਾਂ ਨੂੰ ਇਹ ਕਨਸੈਪਟ ਚੰਗੀ ਤਰ੍ਹਾਂ ਸਮਝ ਆ ਗਿਆ ਤਾਂ ਉਹਨਾਂ ਨੂੰ ਐਰਰ ਵੀ ਪਤਾ ਹੋਊਗਾ ਕਿ ਇਸ ਦੇ ਵਿੱਚ ਐਰਰ ਕੀ ਹੈ। ਹੁਣ ਆਪਣੇ ਕੋਲੇ ਕੀ ਹੈ, 2 ਤੋਂ ਵੱਧ ਜਾਣੇ ਦੀ ਗੱਲ ਹੋ ਰਹੀ ਹੈ। 2 ਤੋਂ ਵੱਧ ਕਿੰਨੇ ਜਾਣੇ ਆਪਣੇ ਕੋਲੇ 5 ਹੈ। ਤਾਂ ਅਗਰ ਆਪਣੇ ਕੋਲੇ 2 ਹੁੰਦਾ ਕਿ ਜਿਹੜੇ ਵੀ 5 ਕ੍ਰਿਮੀਨਲ ਹੈ ਉਹਨਾਂ 'ਚ ਕੋਈ ਵੀ ਜਿਹੜਾ ਅਰੈਸਟ ਨਹੀਂ ਕੀਤਾ ਗਿਆ, ਠੀਕ ਹੈ। ਤਾਂ ਹੁਣ ਅਗਰ 2 ਜਾਣੇ ਹੁੰਦੇ ਤਾਂ ਆਪਾਂ ਕੀ ਯੂਜ਼ ਕਰਦੇ, ਨੀਦਰ। ਲੇਕਿਨ 2 ਤੋਂ ਵੱਧ ਲਈ ਕੀ ਯੂਜ਼ ਕਰਨਾ, ਆਪਾਂ ਨਨ ਯੂਜ਼ ਕਰਨਾ ਹੈ। ਤਾਂ ਇੱਥੇ ਕੀ ਲਗਾਇਆ ਹੋਇਆ ਨੀਦਰ, ਜਿਹੜਾ ਕਿ ਗਲਤ ਹੈ। ਤਾਂ ਆਪਾਂ ਨੂੰ ਨੀਦਰ ਦੀ ਜਗ੍ਹਾ ਕੀ ਆਉਣਾ ਚਾਹੀਦਾ, ਨਨ ਦਾ ਯੂਜ਼ ਹੈ ਜਿਹੜਾ ਉਹ ਹੋਣਾ ਚਾਹੀਦਾ। ਜਿਵੇਂ ਕਿ ਆਪਾਂ ਦੇਖਦੇ ਹਾਂ ਨਨ ਆਫ 5 ਕ੍ਰਿਮੀਨਲਸ ਹੈਜ਼ ਬੀਨ ਅਰੈਸਟਡ। ਹੁਣ ਆਪਾਂ ਕਰਦੇ ਹਾਂ ਈਚ ਐਂਡ ਐਵਰੀਵਨ, ਠੀਕ ਹੈ। ਵੈਸੇ ਤਾਂ ਇਹ ਹੁੰਦਾ ਕਿ ਹਰ ਇੱਕ, ਈਚ ਦਾ ਮਤਲਬ ਤੇ ਐਵਰੀਵਨ ਦਾ ਮਤਲਬ ਹੁੰਦਾ ਹਰ ਇੱਕ। ਹੁਣ ਹਰੇਕ ਜਿਹੜਾ ਹੁੰਦਾ ਛੋਟਾ ਜਿਹਾ ਡਿਫਰੈਂਸ ਹੁੰਦਾ ਈਚ ਤੇ ਐਵਰੀਵਨ ਦੇ ਵਿੱਚ। ਈਚ ਜਿਹੜਾ ਹੁੰਦਾ ਨਾ ਉਹ 2 ਪਰਸਨਸ ਵਾਸਤੇ ਵੀ ਯੂਜ਼ ਹੋ ਸਕਦਾ ਅਤੇ 2 ਤੋਂ ਜ਼ਿਆਦਾ ਲਈ ਵੀ ਯੂਜ਼ ਕਰ ਸਕਦੇ ਆ। ਲੇਕਿਨ ਜਿਹੜਾ ਐਵਰੀਵਨ ਹੁੰਦਾ ਨਾ ਉਹ ਹਮੇਸ਼ਾ 2 ਤੋਂ ਵੱਧ ਲਈ ਹੀ ਯੂਜ਼ ਹੋਊਗਾ। ਮਤਲਬ ਕਿ ਕਹਿਣਾ ਹੋਵੇ ਈਚ ਹੈ ਜਿਹੜਾ ਜਾਂ ਤਾਂ 2 ਜਾਂ ਫਿਰ 2+ ਲਈ ਯੂਜ਼ ਹੋਊਗਾ। ਲੇਕਿਨ ਜਿਹੜਾ ਐਵਰੀਵਨ ਉਹ ਹਮੇਸ਼ਾ 2 ਤੋਂ ਜ਼ਿਆਦਾ ਲੋਕਾਂ ਲਈ ਹੀ ਜਿਹੜਾ ਉਹ ਯੂਜ਼ ਹੋਊਗਾ। ਜਿਵੇਂ ਕਿ ਈਚ ਆਫ 2 ਫਰੈਂਡਸ ਅਰਾਈਵਡ, ਮਤਲਬ ਕਿ ਮੇਰੇ 2 ਫਰੈਂਡ ਹੈ, ਦੋਨਾਂ 'ਚੋਂ ਹਰ ਕੋਈ ਆ ਗਿਆ। ਐਵਰੀਵਨ ਆਫ ਦੀ 10 ਫਰੈਂਡਸ ਕੇਮ, ਮਤਲਬ ਕਿ 10 ਫਰੈਂਡ 'ਚੋਂ ਹਰ ਕੋਈ ਆ ਚੁੱਕਿਆ। ਹੁਣ ਆਪਾਂ ਕਰਦੇ ਹਾਂ ਥੋੜ੍ਹੇ ਜਿਹੇ ਰੈਸੀਪ੍ਰੋਕਲ ਪ੍ਰਨਾਊਨ। ਰੈਸੀਪ੍ਰੋਕਲ ਪ੍ਰਨਾਊਨ ਦੇ ਵਿੱਚ ਕੀ ਹੁੰਦਾ ਆਪਣੇ ਕੋਲੇ, ਪਹਿਲਾਂ ਆਪਾਂ ਕੀ ਰਿਵੀਜ਼ਨ ਕਰਦੇ ਹਾਂ ਕਿਉਂਕਿ ਮੈਨੂੰ ਲੱਗਦਾ ਕਈ ਵਾਰ ਨਾ ਇਹਨਾਂ ਟੌਪਿਕਸ 'ਚ ਕਨਫਿਊਜ਼ਨ ਹੁੰਦੀ ਹੈ। ਹੁਣ ਦੇਖੋ ਈਦਰ ਯੂਜ਼ ਹੁੰਦਾ ਮਤਲਬ ਦੋਨਾਂ 'ਚੋਂ ਕੋਈ ਇੱਕ, ਉਹ ਕਦੋਂ ਯੂਜ਼ ਹੁੰਦਾ 2 ਲਈ। ਲੇਕਿਨ ਅਗਰ ਆਪਣੇ ਕੋਲ 3 ਜਾਣੇ ਹੋ ਜਾਣ ਪੋਜ਼ੀਟਿਵ ਲਈ, ਮਤਲਬ ਇਹਨਾਂ ਸਾਰੀਆਂ ਚੀਜ਼ਾਂ 'ਚੋਂ ਕੋਈ ਵੀ ਇੱਕ ਤਾਂ ਆਪਾਂ ਯੂਜ਼ ਕਰਾਂਗੇ ਐਨੀ ਜਾਂ ਫਿਰ ਐਨੀਵਨ। ਹੁਣ ਅਗਰ ਇਹੀ ਕਹਿਣਾ ਹੋਵੇ ਇਹਨਾਂ 'ਚੋਂ ਕੋਈ ਵੀ ਨਹੀਂ ਤਾਂ 2 ਲਈ ਆਪਾਂ ਯੂਜ਼ ਕਰਨਾ ਨੀਦਰ। ਅਤੇ ਅਗਰ ਇਹੀ 2 ਤੋਂ ਵੱਧ ਕਹਿਣਾ ਹੋਵੇ ਤਾਂ ਆਪਾਂ ਕੀ ਯੂਜ਼ ਕਰਨਾ, ਨਨ। ਠੀਕ ਹੈ, ਇਹ ਸਿਲੈਕਸ਼ਨ ਵਾਸਤੇ ਹੁੰਦਾ। ਅਤੇ ਇਹੀ ਜਿਹੜਾ ਈਚ ਹੁੰਦਾ ਉਹ 2 ਜਾਂ ਫਿਰ 2 ਤੋਂ ਜ਼ਿਆਦਾ ਲੋਕਾਂ ਲਈ ਯੂਜ਼ ਕਰ ਸਕਦੇ ਹਾਂ। ਅਤੇ ਜਿਹੜਾ ਐਵਰੀਵਨ ਹੁੰਦਾ ਉਹ ਹਮੇਸ਼ਾ 2 ਤੋਂ ਜ਼ਿਆਦਾ ਲੋਕਾਂ ਲਈ ਹੀ ਯੂਜ਼ ਹੋਊਗਾ। 2 ਲੋਕਾਂ ਵਾਸਤੇ ਐਵਰੀਵਨ ਹੈ ਜਿਹੜਾ ਆਪਾਂ ਉਹ ਯੂਜ਼ ਨਹੀਂ ਕਰ ਸਕਦੇ। ਹੁਣ ਆਉਂਦੇ ਆਪਾਂ ਰੈਸੀਪ੍ਰੋਕਲ ਪ੍ਰਨਾਊਨ 'ਤੇ। ਰੈਸੀਪ੍ਰੋਕਲ ਪ੍ਰਨਾਊਨ ਕਦੋਂ ਹੁੰਦਾ, ਰੈਸੀਪ੍ਰੋਕਲ ਦੇ ਵਿੱਚ ਈਚ ਅਦਰ ਯੂਜ਼ ਹੁੰਦਾ ਜਦੋਂ ਆਪਾਂ 2 ਲੋਕਾਂ ਦੇ ਵਿੱਚ ਗੱਲ ਕਰਨੀ ਹੋਵੇ, ਯੂਜ਼ ਫॉर ਓਨਲੀ 2। ਲੇਕਿਨ ਜਦੋਂ ਵਨ ਅਨਦਰ ਕਹਿਣਾ ਹੋਵੇ ਉਦੋਂ ਹੁੰਦਾ ਜਦੋਂ 2 ਤੋਂ ਜ਼ਿਆਦਾ ਪਰਸਨ ਹੋਣ। ਜਿਵੇਂ ਕਿ ਆਪਾਂ ਐਗਜ਼ਾਮਪਲ ਦੇਖਦੇ ਹਾਂ, ਦ 2 ਬ੍ਰਦਰ ਹੇਟ ਈਚ ਅਦਰ, ਮਤਲਬ ਕਿ ਹੁਣ 2 ਭਰਾ ਹੈ ਆਪਸ ਦੇ ਵਿੱਚ ਹੀ ਉਹਨਾਂ ਦੀ ਬਣਦੀ ਨਹੀਂ। ਤਾਂ ਹੇਟ ਈਚ ਅਦਰ, ਦੋਨੋਂ ਇੱਕ ਦੂਜੇ ਨੂੰ ਕੀ ਕਰਦੇ, ਨਫ਼ਰਤ ਕਰਦੇ ਆ। ਤਾਂ ਹੁਣ 2 ਜਾਣੇ ਦੇ ਵਿਚਾਲੇ ਸੀ ਤਾਂ ਆਪਾਂ ਕੀ ਯੂਜ਼ ਕਰਤਾ, ਈਚ ਅਦਰ। ਮਤਲਬ ਕਿ ਜਿੱਥੇ ਕਿ ਆਦਾਨ ਪ੍ਰਦਾਨ ਹੋਵੇ, ਮਤਲਬ ਕਿ ਇਕੁਅਲ ਜੀ ਗੱਲ ਹੋਵੇ ਨਾ, ਤੂੰ ਮੈਨੂੰ ਮੈਂ ਤੈਨੂੰ, ਐਵੇਂ ਦਾ ਹਿਸਾਬ ਹੋਵੇ। ਠੀਕ ਹੈ, 2 ਬ੍ਰਦਰ ਹੈ ਤਾਂ ਦੋਨਾਂ ਵੱਲੋਂ ਨਫ਼ਰਤ ਹੈ, ਦੋਨਾਂ ਵੱਲੋਂ ਹੀ ਨਫ਼ਰਤ ਹੈ ਨਾ ਆਪਣੇ ਕੋਲੇ। ਤਾਂ 2 ਬ੍ਰਦਰ ਹੇਟ ਈਚ ਅਦਰ। ਅਗਰ ਇਹੀ ਕਹਿਣਾ ਹੋਵੇ ਦ 5 ਬ੍ਰਦਰਸ ਲਵ ਵਨ ਅਨਦਰ। ਹੁਣ ਕਿਉਂਕਿ ਇੱਥੇ ਆਪਣੇ ਕੋਲੇ 2 ਤੋਂ ਜ਼ਿਆਦਾ ਹੋ ਗਏ, 5 ਜਾਣੇ ਹੈ ਤਾਂ ਆਪਾਂ ਕੀ ਕਰਤਾ ਉੱਥੇ ਹੀ ਵਨ ਅਨਦਰ ਕਰਤਾ। ਠੀਕ ਹੈ, ਕਿ ਜਿਹੜੇ 5 ਬ੍ਰਦਰ ਹੈ ਉਹ ਖੁਦ ਆਪਸ ਦੇ ਵਿੱਚ ਪਿਆਰ ਕਰਦੇ ਨੇ। ਠੀਕ ਹੈ, ਰੈਸੀਪ੍ਰੋਕਲ ਸਮਝ ਆ ਗਿਆ ਹੋਣਾ। ਈਚ ਅਦਰ ਯੂਜ਼ ਹੁੰਦਾ 2 ਪਰਸਨਸ ਲਈ ਅਤੇ ਵਨ ਅਨਦਰ ਹੁੰਦਾ ਜਦੋਂ ਕਿ ਆਪਾਂ 2 ਤੋਂ ਵੱਧ ਲੋਕਾਂ ਲਈ ਕੁਛ ਗੱਲ ਕਹਿਣੀ ਹੋਵੇ। ਚਲੋ ਹੁਣ ਆਉਂਦੇ ਆਪਾਂ ਆਪਦੇ ਪੈਰਾਗ੍ਰਾਫ ਤੇ ਪੈਸੇਜ ਤੇ। ਪੈਸੇਜ ਆਪਣੇ ਕੋਲੇ ਕਾਫੀ ਸਾਰੇ ਬੱਚਿਆਂ ਨੂੰ ਨਾ ਇਹ ਬਹੁਤ ਹੀ ਸੌਖਾ ਲੱਗੂਗਾ। ਸੌਖਾ ਇਸ ਲਈ ਲੱਗੂਗਾ ਕਿਉਂਕਿ ਉਹਨਾਂ ਦੀ ਇੰਗਲਿਸ਼ ਵਧੀਆ। ਲੇਕਿਨ ਜਿਨ੍ਹਾਂ ਦੀ ਇੰਗਲਿਸ਼ ਵਧੀਆ ਨਹੀਂ ਹੈ ਅਤੇ ਥੋੜ੍ਹਾ ਜਿਹਾ ਆਪਾਂ ਇੰਟਰੈਕਟ ਕਰਨ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ, ਜਿਵੇਂ ਕਿ ਆਪਾਂ ਪੜ੍ਹਦੇ ਹਾਂ, ਪੜ੍ਹਨ ਤੋਂ ਆਪਾਂ ਬਾਅਦ 'ਚੋਂ ਆਵਾਂਗੇ, ਲੇਕਿਨ ਹੁਣ ਲਾਈਨ ਟੂ ਲਾਈਨ ਜਿਹੜਾ ਇਸਦਾ ਮਤਲਬ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾਂ ਆਪਣੇ ਕੋਲ ਹੈਗਾ ਵੀ ਹੈਵ ਟ੍ਰੀਟਡ ਆਰ ਮਾਈਗਰੈਂਟ ਵਰਕਰਸ
abominably with no money to pay rent or buy food. These workers had no choice but to start walking back to their villages. ਹੁਣ ਆਪਾਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਆਪਾਂ ਮੈਂ ਸਟਾਰਟਿੰਗ ਤੋਂ ਕਰਦੇ ਹਾਂ ਵੀ ਹੈਵ ਟਰੀਟਡ, ਆਪਾਂ ਟਰੀਟ ਕਰਨਾ ਮਤਲਬ ਕਿਸੇ ਨਾਲ ਬਿਹੇਵ ਕਰਨਾ, ਵਰਤਾਵ ਕਰਨਾ। ਕਹਿੰਦੇ ਵੀ ਹੈਵ ਟਰੀਟਡ ਆ ਮਾਈਗਰੈਂਟ ਵਰਕਰਸ, ਆਰ ਹੋ ਗਏ ਆਪਣੇ, ਮਾਈਗਰੈਂਟ ਹੋ ਗਏ ਜਿਹੜੇ ਆਪਣੇ ਬਾਹਰੋਂ ਕਿਤੋਂ ਆਏ ਹੁੰਦੇ ਜਿਵੇਂ ਕਿ ਬਿਹਾਰ ਤੋਂ ਆਏ ਆ, ਯੂਪੀ ਤੋਂ ਆਏ ਆ, ਠੀਕ ਹੈ। ਵਰਕਰਸ ਮਜ਼ਦੂਰ ਹੋ ਗਏ। ਅਬੋਮਿਨੇਬਲੀ ਦਾ ਮਤਲਬ ਹੁੰਦਾ ਹੈ ਕਿ ਬਹੁਤ ਹੀ ਬੈਡਲੀ ਕਿਸੇ ਨਾਲ ਬਿਹੇਵ ਕਰਨਾ ਜਾਂ ਫਿਰ ਘ੍ਰਿਣਾਯੋਗ। ਮੈਂ ਤੁਹਾਨੂੰ ਲਿਖ ਕੇ ਦਿੱਤਾ ਹੈ ਵੈਰੀ ਅਨਪਲੀਜ਼ੈਂਟਲੀ ਔਰ ਅਨਫੇਅਰਲੀ। ਬੈਡਲੀ ਜਿਹਨੂੰ ਫਿਰ ਡਰੈਡਫੁਲੀ ਵੀ ਬੋਲਦੇ, ਤਾਂ ਡਰੈਡਫੁਲੀ ਦਾ ਮਤਲਬ ਯਾਦ ਰੱਖਣਾ ਜਿਹਦਾ ਮਤਲਬ ਹੁੰਦਾ ਗਲਤ, ਮਤਲਬ ਕਿ ਬੇਕਾਰ, ਜੋ ਹੋਣਾ ਨਹੀਂ ਚਾਹੀਦਾ, ਰੂਡ, ਗੰਦਾ ਤਰੀਕਾ, ਇਹ ਸਭ। ਕਹਿੰਦੇ ਹੁਣ ਆਪਾਂ ਨੂੰ ਪਤਾ ਹੈ ਕਿ ਆਪਾਂ ਜਿਹੜੇ ਆਪਣੇ ਮਾਈਗਰੈਂਟ ਵਰਕਰਸ ਆ ਉਹਨਾਂ ਨਾਲ ਬਹੁਤ ਹੀ ਗੰਦਾ ਬਿਹੇਵ ਕੀਤਾ, ਬਹੁਤ ਗੰਦਾ ਟਰੀਟ ਕੀਤਾ। ਉੱਪਰ ਦੀ ਕੀ ਸੀ ਉਹਨਾਂ ਕੋਲੇ, ਵਿਦ ਨੋ ਮਨੀ ਟੂ ਪੇ ਰੈਂਟ। ਰੈਂਟ ਦਾ ਮਤਲਬ ਹੋ ਗਿਆ ਕਿਰਾਇਆ। ਕਹਿੰਦੇ ਕਿ ਵਿਦ ਨੋ ਮਨੀ, ਵਿਦ ਦਾ ਮਤਲਬ ਹੁੰਦਾ ਨਾਲ। ਕਹਿੰਦੇ ਕੋਈ ਮਨੀ ਨਾਲ ਨਹੀਂ ਹੈਗੀ ਰੈਂਟ ਪੇ ਕਰਨ ਨੂੰ। ਔਰ ਬਾਏ ਫੂਡ, ਪੈਸਾ ਨਹੀਂ ਹੈਗਾ ਫੂਡ ਖਰੀਦਣ ਨੂੰ, ਖਾਣਾ ਖਰੀਦਣ ਨੂੰ। ਦੀਜ਼ ਵਰਕਰ, ਹੁਣ ਦੀਜ਼ ਕਿਹਦੇ ਵਾਸਤੇ ਯੂਜ਼ ਕੀਤਾ ਗਿਆ, ਇਹ ਵਰਕਰ, ਜਿਹੜੇ ਇਹ ਵਰਕਰ ਹੈ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ। ਦੀਜ਼ ਵਰਕਰਸ ਹੈਡ ਨੋ ਚੋਇਸ ਬਟ ਟੂ, ਕਹਿੰਦੇ ਇਹਨਾਂ ਕੋਲੇ ਕੋਈ ਵੀ ਚੋਇਸ ਨਹੀਂ ਸੀਗੀ। ਹੁਣ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦੀ ਹਾਂ। ਇੱਥੇ ਆਇਆ ਆਪਣੇ ਕੋਲੇ ਹੈਵ ਟਰੀਟਡ, ਆਪਾਂ ਉਹਨਾਂ ਨੂੰ ਟਰੀਟ ਕੀਤਾ। ਇੱਥੇ ਜਿਹੜਾ ਹੈਡ ਹੈ ਨਾ, ਇਹ ਹੈਵ ਦੀ ਸੈਕਿੰਡ ਫੋਰਮ ਕਰਕੇ ਯੂਜ਼ ਕੀਤਾ ਗਿਆ, ਨਾ ਕਿ ਆਪਾਂ ਪਾਸਟ ਪਰਫੈਕਟ ਟੈਂਸ ਜਿਹੜਾ ਉਹ ਯੂਜ਼ ਕੀਤਾ। ਹੈਵ ਦਾ ਮਤਲਬ ਹੁੰਦਾ ਹੋਣਾ ਨਾ, ਜਾਂ ਫਿਰ ਕੋਲ ਹੋਣਾ, ਗ੍ਰਹਿਣ ਕਰਨਾ, ਇਹ ਹੁੰਦਾ ਹੈਵ ਹੋਣਾ। ਤਾਂ ਹੈਵ ਦੀ ਹੀ ਸੈਕਿੰਡ ਫੋਰਮ ਬਣਾ ਕੇ ਉਸਨੂੰ ਸਿੰਪਲ ਪਾਸਟ ਟੈਂਸ 'ਚ ਰੱਖਿਆ ਹੋਇਆ ਹੈ ਕਿ ਉਹਨਾਂ ਕੋਲੇ ਕੋਈ ਵੀ ਚੋਇਸ ਨਹੀਂ ਸੀ। ਦੀਜ਼ ਵਰਕਰਸ ਹੈਡ ਨੋ ਚੋਇਸ ਬਟ ਟੂ ਸਟਾਰਟ ਵਾਕਿੰਗ ਬੈਕ ਟੂ ਦੇਅਰ ਵਿਲੇਜਿਸ, ਉਹਨਾਂ ਦੇ ਵਿਲੇਜਿਸ ਨੂੰ ਵਾਪਿਸ ਜਾਣ ਤੋਂ। ਹੁਣ ਦੇਅਰ ਜਿਹੜਾ ਆਪਣਾ ਪ੍ਰਨਾਊਨ ਆ ਕਿਹਨਾਂ ਵਾਸਤੇ ਯੂਜ਼ ਹੋ ਰਿਹਾ, ਵਰਕਰਸ ਵਾਸਤੇ ਯੂਜ਼ ਹੋ ਰਿਹਾ, ਕਿਉਂਕਿ ਆਪਾਂ ਵਰਕਰਸ ਬਾਰੇ ਗੱਲ ਕਰ ਰਹੇ ਹਾਂ। ਕੀ ਹੈ ਆਪਣੇ ਕੋਲੇ, ਵੀ ਹੈਵ ਟਰੀਟਡ ਆਰ ਮਾਈਗਰੈਂਟ ਵਰਕਰਸ ਅਬੋਨਿਮਲੀ। ਥੋੜ੍ਹਾ ਜਿਹਾ ਨਾ ਕਈ ਵਾਰ ਪ੍ਰੋਨਾਂਸੀਏਸ਼ਨ ਮੈਨੂੰ ਥੋੜ੍ਹਾ ਦਿੱਕਤ ਹੈ ਕਿ ਉਹ ਬੋਲਦੇ ਸ਼ਬਦਾਂ ਦੇ ਵਿੱਚ ਉਲਝ ਜਾਣਾ, ਠੀਕ ਹੈ। ਤਾਂ ਕਹਿੰਦੇ ਆਪਾਂ ਜਿਹੜਾ ਮਾਈਗਰੈਂਟ ਵਰਕਰਸ ਹੈ ਉਹਨਾਂ ਨਾਲ ਬਹੁਤ ਹੀ ਗਲਤ ਟਰੀਟ ਕੀਤਾ, ਅਤੇ ਉਹਨਾਂ ਕੋਲ ਕੋਈ ਪੈਸਾ ਵੀ ਨਹੀਂ ਸੀਗਾ, ਅਤੇ ਉਹਨਾਂ ਕੋਲ ਇੰਨਾ ਕੁ ਪੈਸਾ ਵੀ ਨਹੀਂ ਸੀ ਕਿ ਉਹਦਾ ਰੈਂਟ ਪੇ ਕਰ ਸਕਣ, ਆਪਾਂ ਉਹ ਫੂਡ ਖਰੀਦ ਸਕਣ, ਠੀਕ ਹੈ। ਅਤੇ ਇਹਨਾਂ ਕੋਲ ਇੱਕੋ ਹੀ ਜਿਹੜੀ ਚੋਇਸ ਬਾਕੀ ਸੀ ਕਿ ਇਹ ਆਪਦੇ ਜਿਹੜੇ ਪਿੰਡਾਂ ਨੂੰ ਵਾਪਿਸ ਚਲੇ ਜਾਣ। ਹੁਣ ਦੇਖੋ ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰ ਰਹੀ ਜਾਂ ਕੁਛ ਵੀ ਨਹੀਂ ਕਰ ਰਹੀ। ਤਾਂ ਹੁਣ ਜੇ ਆਪਣੇ ਲੋਕ ਕੈਨੇਡਾ ਜਾਂਦੇ ਆ, ਆਪਾਂ ਕੈਨੇਡਾ ਜਾਣ, ਠੀਕ ਹੈ, ਅਤੇ ਉਹ ਸਪੋਜ਼ ਉਹਨਾਂ ਨੂੰ ਕੋਈ ਤਕਲੀਫ ਹੋਵੇ ਨਾ, ਵੈਸੇ ਤਾਂ ਤਕਲੀਫ ਹੋ ਜਾਏ ਅਤੇ ਅੱਗੇ ਦੀ ਬੰਦਾ ਵੀ ਰੂਡ ਬਿਹੇਵ ਕਰੇ, ਤਾਂ ਉਹਨਾਂ ਦਾ ਮਨ ਤਾਂ ਐਵੇਂ ਕਰੂਗਾ ਨਾ ਕਿ ਅਸੀਂ ਆਪਦੇ ਦੇਸ਼ ਨੂੰ ਵਾਪਿਸ ਲੌਟ ਚੱਲੀਏ। ਤਾਂ ਉਹੀ ਜਿਹੜੀ ਚੀਜ਼ ਹੈ ਇਹਨਾਂ ਮਾਈਗਰੈਂਟ ਵਰਕਰਸ ਦੇ ਨਾਲ ਹੋਈ। ਮਾਈਗਰੈਂਟ ਵੈਸੇ ਛੋਟੇ ਛੋਟੇ ਵਰਡ ਹੈ, ਅੱਜ ਕੱਲ੍ਹ ਬਹੁਤ ਹੀ ਪੋਪੂਲਰ ਚੱਲ ਰਿਹਾ, ਟੀ ਵੀ ਨਿਊਜ਼ ਦੇ ਹਰ ਇੱਕ ਟਾਈਮ 'ਤੇ ਕਿਤੇ ਨਾ ਕਿਤੇ ਤਾਂ ਮਾਈਗਰੈਂਟ ਵਰਕਰਸ ਦੇ ਜਿਹੜੇ ਯੂਜ਼ ਹੀ ਹੁੰਦਾ। ਮਾਈਗਰੈਂਟ ਦਾ ਮਤਲਬ ਹੁੰਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਾਲੇ, ਠੀਕ ਹੈ। ਤਾਂ ਕਹਿੰਦੇ ਇਹ ਜਿਹੜੀ ਮਾਈਗਰੈਂਟ ਵਰਕਰਸ ਹੈ, ਆਪਾਂ ਵੈਸੇ ਅਗਰ ਜਨਰਲੀ ਸੋਚੀਏ ਨਾ, ਤਾਂ ਜਦੋਂ ਇਹਨਾਂ ਨੇ ਜਾਣਾ ਸ਼ੁਰੂ ਕੀਤਾ ਸੀ ਨਾ, ਕਾਫੀ ਸਾਰੇ ਲੋਕਾਂ ਨੇ ਇਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਸੀ, ਮਤਲਬ ਇਹਨਾਂ ਦੀ ਆਲੋਚਨਾ ਕੀਤੀ ਸੀ, ਨਿੰਦਾ ਕੀਤੀ ਸੀ ਕਿ ਇਹਨਾਂ ਨੂੰ ਕੀ ਹੋ ਰਿਹਾ ਫਲਾਣ। ਹਾਂ, ਕੁਛ ਗਲਤ ਵੀ ਸੀ, ਕੁਛ ਗਲਤ ਆਰੋਪ ਵੀ ਲਗਾ ਰਹੇ ਸੀ ਕਿ ਸਾਨੂੰ ਖਾਣ ਨੂੰ ਦਿੱਤੀ ਨਹੀਂ ਚੀਜ਼, ਜਦੋਂ ਕਿ ਉਹਨਾਂ ਕੋਲ ਸਭ ਕੁਛ ਸੀ। ਬਟ ਕਾਫੀ ਸਾਰੇ ਇਹੋ ਜਿਹੇ ਜੈਨੂਅਨ ਲੋਕ ਵੀ ਸੀਗੇ ਜਿਹੜੇ ਕਿ ਇੱਥੇ ਕੁਛ ਵੀ ਨਹੀਂ ਹੈ ਉਹਨਾਂ ਕੋਲ, ਠੀਕ ਹੈ। ਤੁਹਾਨੂੰ ਵੀ ਪਤਾ ਹੈ ਕਿ ਡੇਲੀ ਦਾ ਕਮਾ ਰਿਹਾ, ਖਾ ਰਿਹਾ ਤਾਂ ਉਹ ਕਰ ਰਿਹਾ, ਤਾਂ ਇਹਨਾਂ ਨੂੰ ਵਾਪਿਸ ਜਾਣ ਤੋਂ ਬਗੈਰ ਹੋਰ ਕੋਈ ਹੱਲ ਹੈ ਹੀ ਨਹੀਂ ਸੀ। ਤੁਸੀਂ ਟੀ ਵੀ 'ਤੇ ਵੀ ਦੇਖਿਆ ਹੋਣਾ ਕਿਵੇਂ ਬੱਚੇ, ਔਰਤਾਂ ਦਾ ਕੀ ਹਾਲ ਹੋਇਆ ਪਿਆ। ਤਾਂ ਇੱਥੋਂ ਇੱਕ ਗੱਲ ਇਹ ਵੀ ਸਿੱਖਣ ਨੂੰ ਮਿਲਦੀ ਹੈ ਕਿ ਐਟਲੀਸਟ ਜਿਹੜੀ ਆਪਣੀਆਂ ਕੋਲ ਚੀਜ਼ਾਂ ਨਾ, ਰੱਬ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਅਗਰ ਆਪਾਂ ਇੰਨੀਆਂ ਮੁਸ਼ਕਿਲਾਂ ਹਾਲਾਤਾਂ 'ਚੋਂ ਲੰਘ ਰਹੇ ਹਾਂ, ਫਿਰ ਵੀ ਆਪਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋ ਰਹੀ। ਥੋੜ੍ਹੀ ਬਹੁਤੀ ਹਰ ਕਿਸੇ ਨੂੰ ਕਮੀ ਹੁੰਦੀ ਹੈ, ਲੇਕਿਨ ਆਪਾਂ ਕੀ ਕਰਦੇ ਹਾਂ, ਜਿਵੇਂ ਕਿ ਇਹ ਇੱਕ ਗਲਾਸ ਹੈ ਨਾ ਪਾਣੀ ਦਾ, ਅਤੇ ਇਹ ਇੱਥੋਂ ਤੱਕ ਭਰਿਆ ਹੋਇਆ, ਆਪਾਂ ਇਸ ਚੀਜ਼ 'ਤੇ ਫੋਕਸ ਨਹੀਂ ਕਰਦੇ, ਆਪਾਂ ਇਸ ਖਾਲੀ ਚੀਜ਼ 'ਤੇ ਫੋਕਸ ਕਰਦੇ ਹਾਂ ਹਮੇਸ਼ਾ। ਤਾਂ ਇਹ ਖਾਲੀ ਚੀਜ਼ ਦੇ ਮਗਰ ਜਿਹੜੀ ਆਪਣੇ ਕੋਲ ਭਰੀ ਹੋਈ ਚੀਜ਼ ਹੈ ਨਾ, ਆਪਾਂ ਉਸਨੂੰ ਵੀ ਇੰਜੋਏ ਨਹੀਂ ਕਰ ਪਾਉਂਦੇ, ਅਤੇ ਇਹ ਚੀਜ਼ ਹੁੰਦੀ ਹੈ। ਅਤੇ
ਮਤਲਬ ਕਿ ਇਹਨਾਂ ਮਾਈਗਰੈਂਟ ਵਰਕਰਸ ਨੂੰ ਕ੍ਰਿਟੀਸਾਈਜ਼ ਕਰਨ ਦੀ ਬਜਾਏ ਆਪਾਂ ਨੂੰ ਪਿਆਰ ਜੋ ਹੈਲਪ ਆ ਉਹ ਕਰਨਾ ਚਾਹੀਦਾ ਸੀ। ਨੈਕਸਟ ਦੇਖਦੇ ਹਾਂ ਆਪਾਂ, ਵਿਲ ਦੇ ਰਿਟਰਨ ਟੂ ਵਰਕ ਇਨ ਦ ਸਿਟੀਜ਼ ਦੈਟ ਟ੍ਰੀਟਡ ਦੈਮ ਸੋ ਕ੍ਰਿਊਲੀ। ਕਹਿੰਦੇ ਵਿਲ ਦੇ, ਹੁਣ ਵਿਲ ਹੋ ਗਿਆ ਫਿਊਚਰ ਦੇ, ਮਤਲਬ ਕਿ ਆਪਾਂ ਕਿਹਦੇ ਵਾਸਤੇ ਯੂਜ਼ ਕਰ ਰਹੇ ਹਾਂ, ਮਾਈਗਰੈਂਟ ਵਰਕਰਸ ਵਾਸਤੇ। ਕਹਿੰਦੇ ਕਿ ਵਿਲ ਦੇ ਰਿਟਰਨ, ਵਾਪਿਸ ਆਉਣਗੇ ਉਹ, ਆਪਾਂ ਫਿਊਚਰ ਸਿੰਪਲ ਫਿਊਚਰ ਦੀ ਗੱਲ ਕਰ ਰਹੇ ਹਾਂ। ਵਿਲ ਦੇ ਮਤਲਬ ਕਿ ਵਿਲ ਦੇ ਨਾਲ ਆਪਣਾ ਕੀ ਲੱਗੀ ਹੋਈ ਹੈ, ਵਰਬ ਦੀ ਫਸਟ ਫਾਰਮ ਲੱਗੀ ਹੋਈ ਹੈ, ਕਿਉਂਕਿ ਆਪਾਂ ਇੰਟੈਰੋਗੇਟਿਵ ਹੈ, ਕੁਐਸਚਨ ਪੁੱਛ ਰਹੇ ਤਾਂ ਆਪਾਂ ਵਿਲ ਪਹਿਲਾਂ ਲਗਾਤਾ ਅਤੇ ਸਬਜੈਕਟ ਆਪਣਾ ਬਾਅਦ 'ਚੋਂ ਆ ਗਿਆ। ਵਿਲ ਦੇ ਰਿਟਰਨ ਟੂ ਵਰਕ, ਉਹ ਰਿਟਰਨ ਮਤਲਬ ਵਾਪਿਸ ਆਉਣਗੇ ਕੰਮ 'ਤੇ, ਟੂ ਵਰਕ ਮਤਲਬ ਕੰਮ 'ਤੇ, ਇਨ ਦਾ ਸਿਟੀਜ਼ ਦੇ ਵਿੱਚ, ਦੈਟ ਟ੍ਰੀਟਡ ਜਿਨ੍ਹਾਂ ਨੇ ਉਹਨਾਂ ਨੂੰ ਟਰੀਟ ਕੀਤਾ, ਦੈਮ ਸੋ ਕ੍ਰਿਊਲੀ ਬੇਰਹਿਮੀ ਨਾਲ, ਬੁਰੇ ਤਰੀਕੇ ਨਾਲ ਜਿਨ੍ਹਾਂ ਨੇ ਉਹਨਾਂ ਨੂੰ ਟਰੀਟ ਕੀਤਾ, ਕਿ ਉੱਥੇ ਹੀ ਉਹ ਕੰਮ 'ਤੇ ਵਾਪਿਸ ਆਉਣਗੇ। ਜਿਵੇਂ ਕਿ ਕਈ ਵਾਰ ਕੀ ਹੁੰਦਾ ਸੀ, ਟਿਊਸ਼ਨ ਟੀਚਰ ਅਗਰ ਆਪਾਂ ਨੂੰ ਗਲਤ ਬੋਲਦੀ ਸੀ ਨਾ, ਆਪਾਂ ਅਗਲੇ ਦਿਨ ਤੋਂ ਟਿਊਸ਼ਨ ਨਹੀਂ ਜਾਂਦੇ ਸੀ। ਤਾਂ ਉਹ ਜਿਹੜੇ ਮਾਈਗਰੈਂਟ ਵਰਕਰਸ ਹੈ ਇੱਥੇ ਇੰਨਾ ਟਾਈਮ ਕੰਮ ਕਰਦੇ ਰਹੇ, ਅਗਰ ਉਹਨਾਂ ਨੂੰ ਬੁਰਾ ਬੋਲਾਂਗੇ ਤਾਂ ਕਿ ਉਹਨਾਂ ਦਾ ਦਿਲ ਕਰੂਗਾ ਕਿ ਵਾਪਿਸ ਆਉਣ ਦਾ, ਉਹ ਵੀ ਤਾਂ ਇਨਸਾਨ ਹੀ ਹੈ ਨਾ ਆਖਿਰਕਾਰ। ਵਿਲ ਦੇ ਰਿਟਰਨ ਟੂ ਵਰਕ ਇਨ ਦ ਸਿਟੀਜ਼ ਦੈਟ ਟ੍ਰੀਟਡ ਦੈਮ ਸੋ ਕ੍ਰਿਊਲੀ, ਹਾਰਡ ਟੂ ਸੇ, ਹਾਰਡ ਟੂ ਸੇ ਮਤਲਬ ਕਿ ਔਖਾ ਕਹਿਣਾ, ਬਟ ਫॉर द टाइम बीइंग मतलब कि चलो पूरी लाइन पढ़ते हैं फिर इसका एक्चुअल मीनिंग दसूँगी। हार्ड टू से बट फॉर द टाइम बीइंग एट लीस्ट दे आर लाइकली टू स्टे विद देयर फैमिलीज एंड मेक टू डू विद वट एवर दे हैव। मतलब कि कहते हार्ड टू से कहना औखा है, बट फॉर द टाइम बीइंग कहते चलो फिलहाल, पर फॉर द टाइम बीइंग का मतलब हैगा फिलहाल, फिलहाल तो वह एटलीस्ट मतलब घट्टो घट, दे आर लाइकली टू स्टे विद देयर फैमिलीज, ਹੁਣ ਕਹਿੰਦੇ ਚਲੋ ਘੱਟੋ ਘੱਟ ਹੁਣ ਆਪਦੀ ਫੈਮਲੀਜ਼ ਦੇ ਨਾਲ ਤਾਂ ਸਟੇ ਕਰਨਗੇ, ਐਂਡ ਮੇਕ ਡੂ ਵਿਦ ਵਟ ਐਵਰ ਦੇ ਹੈਵ, ਕਹਿੰਦੇ ਉਹ ਜਿਹੜੀਆਂ ਚੀਜ਼ਾਂ ਵੀ ਉਹਨਾਂ ਕੋਲ ਹੈਗੀਆਂ ਉਹਨਾਂ ਨਾਲ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਕਰਨਗੇ। ਮੇਕ ਡੂ ਵਿਦ ਵਟ ਐਵਰ ਦੇ ਹੈਵ ਮਤਲਬ ਜਿੰਨੀ ਕੁ ਵੀ ਚੀਜ਼ ਹੈਗੀ ਉਹਨਾਂ ਨਾਲ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਕਰਨਗੇ। ਤਾਂ ਸਮਝ ਆ ਗਿਆ ਹੋਣਾ ਇਸ ਲਾਈਨ ਦਾ ਮਤਲਬ ਹੈ, ਕਹਿੰਦੇ ਕਹਿਣਾ ਔਖਾ ਹੈ ਬਟ ਫਿਲਹਾਲ ਲਈ ਘੱਟੋ ਘੱਟ ਉਹ ਆਪਦੀ ਫੈਮਲੀਜ਼ ਦੇ ਨਾਲ ਹੈ, ਤਾਂ ਕਿ ਉਹ ਜਿੰਨਾ ਕੁਛ ਹੈਗਾ ਉਹਨੇ ਨਾਲ ਤਾਂ ਕੁਛ ਕਰ ਪਾਉਣ। ਹੁਣ ਉਹੀ ਅਗਰ ਆਪਾਂ ਬਾਹਰ ਰਹਿ ਕੇ ਵੀ ਕੁਛ ਨਹੀਂ ਕਰ ਪਾ ਰਹੇ ਨਾ, ਤਾਂ ਅਗਰ ਆਪਣੇ ਕੋਲ ਫੈਮਲੀ ਦੀ ਸਪੋਰਟ ਹੈ ਤਾਂ ਆਪਾਂ ਬਹੁਤ ਕੁਛ ਕਰ ਸਕਦੇ ਹਾਂ। ਨੈਕਸਟ ਆਪਾਂ ਦੇਖਦੇ ਹਾਂ, ਅਕਸਰ ਕੀ ਹੁੰਦਾ ਕੈਨੇਡਾ, ਪਹਿਲਾਂ ਤਾਂ ਆਪਾਂ ਨੂੰ ਕੈਨੇਡਾ ਜਾਣ ਦੀ ਖਿੱਚ ਹੁੰਦੀ ਹੈ ਕਾਫੀ ਸਾਰੇ ਲੋਕਾਂ ਨੂੰ, ਲੇਕਿਨ ਜਦੋਂ ਕੈਨੇਡਾ 'ਚ ਜਾਂਦੇ ਆ ਨਾ ਤਾਂ ਉਦੋਂ ਕਹਿੰਦੇ ਕਿ ਯਾਰ ਘਰੇ ਚਲ ਜਾਈਏ, ਲੇਕਿਨ ਉਹ ਘਰੇ ਇਸ ਲਈ ਨਹੀਂ ਆ ਪਾਉਂਦੇ ਕਿਉਂਕਿ ਕਾਫੀ ਸਾਰਾ ਲੋਨ ਲਿੱਤਾ ਹੁੰਦਾ, ਤਾਂ ਘਰੇ ਚੱਲ ਜਾਈਏ ਕਿ ਫੈਮਿਲੀ ਨਾਲ ਚਾਹੇ ਕੁਛ ਵੀ ਕਰ ਲਾਂਗੇ, ਘੱਟੋ ਘੱਟ ਆਪਦੀ ਫੈਮਿਲੀ ਦੇ ਨਾਲ ਤਾਂ ਰਹਾਂਗੇ ਨਾ, ਇਹ ਚੀਜ਼ ਹੁੰਦੀ ਹੈ। ਦੈਟਸ ਵਾਈ ਉਹਨਾਂ ਨੇ ਜਿਹੜੇ ਮਾਈਗਰੈਂਟ ਵਰਕਰਸ ਆ ਉਹਨਾਂ ਨੇ ਆਪਣੇ ਘਰਾਂ ਨੂੰ ਵਾਪਸ ਜਾਣਾ ਸ਼ੁਰੂ ਕਰਤਾ। ਉਹਨਾਂ ਦੀਆਂ ਮਜਬੂਰੀਆਂ ਸੀ ਕਿਉਂਕਿ ਇੱਥੇ ਵੀ ਰੈਂਟ ਪੇ ਕਰ ਰਹੇ ਸੀ, ਪੈਸਾ ਹੈ ਨਹੀਂ ਸੀ, ਖਾਣ ਨੂੰ ਪੈਸਾ ਨਹੀਂ ਸੀ, ਇੱਥੇ ਮਰਨ ਦੀ ਬਜਾਏ ਉਹਨਾਂ ਨੂੰ ਲੱਗ ਰਿਹਾ ਸੀ ਘੱਟੋ ਘੱਟ ਆਪਦੇ ਸ਼ਹਿਰ 'ਚ ਤਾਂ ਜਾ ਕੇ ਮਰਾਂਗੇ, ਆਪਦੇ ਘਰਦਿਆਂ ਕੋਲੇ ਤਾਂ ਕੁਛ ਨਾ ਕੁਛ ਕਰਾਂਗੇ। ਨੈਕਸਟ ਹੈਗਾ, ਦਿਸ ਟ੍ਰੈਜਡੀ ਇਜ਼ ਐਜ਼ ਮਚ ਐਜ਼ ਹਿਊਮੈਨਿਟੇਰੀਅਨ ਐਜ਼ ਐਨ ਇਕਨੋਮਿਕ ਵਨ। ਕਹਿੰਦੇ ਕਿ ਟ੍ਰੈਜਡੀ ਦਾ ਮਤਲਬ ਹੁੰਦਾ ਦੁਖਦਾਈ ਘਟਨਾ ਜਾਂ ਫਿਰ ਦੁਖਦ। ਕਹਿੰਦੇ ਇਹ ਜਿਹੜੀ ਦੁੱਖ ਹੈ ਕਿ ਇਹ ਜਿਹੜਾ ਇਕਨੋਮਿਕ ਜਿਹੜੀ ਮਾਨਵਵਾਦੀ ਮਤਲਬ ਕਿ ਜਿਹੜੀ ਇਹ ਚੀਜ਼ ਆਪਣੀ ਕਰੋਨਾ ਵਾਇਰਸ ਕਰਕੇ ਘਟਨਾ ਹੋ ਰਹੀ ਹੈ, ਦੁਖਦਾਈ ਘਟਨਾ ਹੈ, ਇਹ ਸਿਰਫ ਆਪਣੀ ਇਕਨੋਮਿਕ ਨਹੀਂ ਹੈਗੀ, ਸਿਰਫ ਪੈਸੇ ਦੇ ਨਾਲ ਰਿਲੇਟਡ ਨਹੀਂ ਹੈ, ਇਹ ਆਪਣੇ ਲੋਕਾਂ ਦੇ ਨਾਲ ਵੀ ਰਿਲੇਟਡ ਹੈ। ਜਿੰਨੀ ਇਹ ਪੈਸਿਆਂ ਦੇ ਨਾਲ ਰਿਲੇਟਡ ਆਪਾਂ ਨੂੰ ਤੰਗ ਕਰ ਰਹੀ ਹੈ ਨਾ ਚੀਜ਼, ਓਨਾ ਹੀ ਆਪਾਂ ਨੂੰ ਮਾਨਵਤਾ ਦੇ ਲਈ ਤੰਗ ਕਰ ਰਹੀ ਹੈ। ਵਰਕਰਸ ਹੈਵ, ਹੁਣ ਵਰਕਰਸ ਇੱਥੇ ਪਲੂਰਲ ਹੈ ਤਾਂ ਕਰਕੇ ਹੈਵ ਯੂਜ਼ ਕੀਤਾ ਗਿਆ, ਹੈਵ ਨੋਟ ਜਸਟ ਲੋਸ ਦੇਅਰ ਲਾਈਵਲੀਹੁੱਡਸ। ਹੈਵ ਦਾ ਮਤਲਬ ਕਿ ਵਰਕਰਸ ਨੇ ਨਾ ਸਿਰਫ ਆਪਦਾ ਜਿਹੜਾ ਲਾਈਵਲੀਹੁੱਡ ਹੈ, ਮਤਲਬ ਕਿ ਲਾਈਵਲੀਹੁੱਡ ਦਾ ਮਤਲਬ ਹੁੰਦਾ ਕਮਾਉਣ ਦਾ ਸਾਧਨ, ਰਹਿਣ ਦਾ ਤਰੀਕਾ, ਇਹ ਸਾਰੀਆਂ ਚੀਜ਼ਾਂ ਖੋਈਆਂ। ਦੇ ਆਰ ਨਾਓ ਆਲਸੋ ਸਟੇਅਰਿੰਗ ਐਟ ਅਨਸਰਟਨ ਫਿਊਚਰ। ਸਟੇਅਰ ਕਰਦੇ ਨਾ ਆਪਾਂ ਕਿਸੇ ਨੂੰ ਘੂਰਦੇ ਹਾਂ, ਕਹਿੰਦੇ ਹਜੇ ਵੀ ਉਹ ਇੱਕ ਝਾਕ 'ਚ ਹੈ, ਅਨਸਰਟਨ ਫਿਊਚਰ ਵੱਲ ਦੇਖ ਰਹੇ ਹੈ, ਟਿਕਟਕੀ ਲਗਾਏ। ਅਨਸਰਟਨ ਦਾ ਮਤਲਬ ਹੁੰਦਾ ਜੋ ਕੋਈ ਚੀਜ਼ ਫਿਕਸ ਨਹੀਂ ਹੈਗੀ, ਫਿਊਚਰ ਭਵਿੱਖ ਆਪਾਂ ਨੂੰ ਪਤਾ ਹੀ ਹੈ। ਕਹਿੰਦੇ ਉਹ ਹਜੇ ਵੀ ਜਿਹੜੇ ਹੈਗੇ ਹੈ ਉਹ ਇੱਕ ਅਣਦੇਖੇ ਫਿਊਚਰ ਵੱਲ ਨਹੀਂ ਦੇਖ ਰਹੇ, ਟਿਕਟਕੀ ਲਗਾਏ, ਸੋਚ ਰਹੇ ਕਿ ਸ਼ਾਇਦ ਕੁਛ ਵਧੀਆ ਹੀ ਹੋ ਜਾਏ। ਵਿਲ ਦ ਇਕੋਨਮੀ ਰਿਕਵਰ ਫਾਸਟ ਇਨਫ ਟੂ ਅਬਜ਼ੋਰਬ ਦੈਮ ਅਗੇਨ।
ਕਹਿੰਦੇ ਕੀ ਜਿਹੜੀ ਆਪਣੀ ਹੁਣ ਆਪਾਂ ਫਿਰ ਫਿਊਚਰ ਦਾ ਕੁਐਸਚਨ ਪੁੱਛ ਰਹੇ ਹਾਂ। ਕਹਿੰਦੇ ਜਿਹੜੀ ਆਪਣੀ ਇਕੋਨਮੀ ਹੈ ਉਹ ਇੰਨੀ ਫਾਸਟ ਰਿਕਵਰ ਕਰ ਪਾਊਗੀ ਕਿ ਉਹਨਾਂ ਨੂੰ ਦੁਬਾਰਾ ਤੋਂ ਆਪਦੀਆਂ ਕੰਪਨੀਆਂ ਦੇ ਵਿੱਚ ਅਬਜ਼ੋਰਵ ਕਰ ਪਾਊਗੀ। ਹੁਣ ਅਬਜ਼ੋਰਵ ਕਰਨ ਦਾ ਇੱਥੇ ਮਤਲਬ ਕੀ ਹੈ, ਕਾਫੀ ਸਾਰੇ ਵਰਕਰ ਹਨ ਨਾ ਜਿਹੜੇ ਕਿ ਫੈਕਟਰੀਆਂ ਬੰਦ ਹੋਣ ਕਰਕੇ ਆਪਦੇ ਘਰਾਂ ਨੂੰ ਗਏ ਹੈ। ਫੈਕਟਰੀਆਂ ਬੰਦ ਹੋਈਆਂ ਤਾਂ ਦੋ ਜਿਹੜੇ ਜਿੱਥੇ ਵੀ ਫੈਕਟਰੀ ਲੱਗੀ ਹੋਣੀ ਆ ਤਾਂ ਕੋਈ ਰੈਂਟ ਐਕਸਪੈਂਸ ਆ ਰਹੇ ਹੋਣਗੇ, ਲੇਕਿਨ ਜਿਹੜਾ ਮਾਲਿਕ ਹੈ ਉਹ ਤਾਂ ਐਕਸਪੈਂਸ ਘਟਾਉਣਾ ਚਾਹੁੰਦਾ ਹੋਊਗਾ ਤਾਂ ਉਹਨੂੰ ਪਤਾ ਹੈ ਕਿ ਅੱਗੇ ਜਾ ਕੇ ਪ੍ਰੋਡਕਸ਼ਨ ਇੰਨੀ ਨਹੀਂ ਹੋਣੀ, ਤਾਂ ਪ੍ਰੋਡਕਸ਼ਨ ਜ਼ਿਆਦਾ ਨਹੀਂ ਹੋਊਗੀ। ਜਿੱਥੇ 8 ਲੋਕਾਂ ਨਾਲ ਸਰ ਸਕਦਾ ਉਹ 10 ਲੋਕੀ ਕਿਉਂ ਰੱਖੂਗਾ, ਤਾਂ 2 ਨੂੰ ਕੱਢੂਗਾ ਨਾ। ਤਾਂ ਐਵੇਂ ਹੀ ਕਹਿੰਦੇ ਇਹ ਕਿਉਂ ਹੋਇਆ, ਕਿਉਂਕਿ ਇਕਨੋਮਿਕ 'ਚ ਆਪਣਾ ਡਿਪਰੈਸ਼ਨ ਆਇਆ। ਕਹਿੰਦੇ ਹੁਣ ਆਪਣੀ ਜਿਹੜੀ ਇਕੋਨਮੀ ਹੈ ਉਹ ਪਹਿਲਾਂ ਵਾਂਗੂ ਰਿਕਵਰ ਕਰ ਪਾਊਗੀ ਤਾਂ ਕਿ ਜਿਹੜੇ ਕੱਢੇ ਗਏ ਲੋਕਾਂ ਨੂੰ ਉਹਨਾਂ ਨੂੰ ਵਾਪਿਸ ਰੱਖਿਆ ਜਾ ਸਕੇ, ਅਬਜ਼ੋਰਵ ਕੀਤਾ ਜਾ ਸਕੇ। ਅਬਜ਼ੋਰਵ ਦਾ ਮਤਲਬ ਹੁੰਦਾ ਸੋਕਣਾ। ਲੌਂਗ ਪੀਰੀਅਡ ਆਫ ਵੇਟਿੰਗ ਐਂਡ ਇਨਐਕਸ਼ਨ। ਲੌਂਗ ਪੀਰੀਅਡ ਆਫ ਵੇਟਿੰਗ ਮਤਲਬ ਲੰਬੇ ਸਮੇਂ ਦਾ ਇੰਤਜ਼ਾਰ, ਐਂਡ ਇਨਐਕਸ਼ਨ ਵਿਲ ਹੈਵ ਅ ਕੋਸਟ। ਅਤੇ ਕਹਿੰਦੇ ਜਿਹੜਾ ਆਪਾਂ ਲੰਬੇ ਸਮੇਂ ਤੋਂ ਇੰਤਜ਼ਾਰ ਕਰਾਂਗੇ ਅਤੇ ਕੁਛ ਵੀ ਨਹੀਂ ਕਰਾਂਗੇ, ਇਸ ਦੀ ਵੀ ਇੱਕ ਕੀਮਤ ਜਿਹੜੀ ਉਹ ਹੋਊਗੀ। ਸਮ ਆਫ ਦੀਜ਼ ਪੀਪਲ ਆਰ ਅਨਸਕਿਲਡ। ਹੁਣ ਇਸ ਦੀ ਕੀਮਤ ਕੀ ਹੋਊਗੀ ਜਿਹੜੇ ਲੰਬੇ ਸਮੇਂ ਤੱਕ ਹੋਣਗੇ ਉਹ ਦੇਖਦੇ ਹਾਂ। ਸਮ ਆਫ ਦੀਜ਼ ਪੀਪਲ ਆਰ ਅਨਸਕਿਲਡ। ਕਹਿੰਦੇ ਕਾਫੀ ਸਾਰੇ ਲੋਕ ਤਾਂ ਇਸ 'ਚ ਇਹੋ ਜਿਹੇ ਜਿਨ੍ਹਾਂ ਨੂੰ ਕੋਈ ਸਕਿੱਲ ਨਹੀਂ ਆਉਂਦੀ ਆ। ਮਤਲਬ ਕੀ ਹੁੰਦਾ ਨਾ, ਕੋਈ ਤਾਂ ਹੁੰਦਾ ਸਿਰਫ ਮਜ਼ਦੂਰੀ ਕਰਨ ਵਾਲਾ, ਕਈ ਹੁੰਦੇ ਜਿਹੜੇ ਬਾਹਰਲੇ ਦੇਸ਼ਾਂ ਮਤਲਬ ਕਿ ਬਾਹਰਲੇ ਸਟੇਟ ਤੋਂ ਆ ਕੇ ਆਪਣੇ ਇੱਥੇ ਕੰਮ ਕਰ ਰਹੇ, ਜਿਵੇਂ ਕਿ ਪੱਥਰ ਵਗੈਰਾ ਵਾਲੇ, ਠੀਕ ਹੈ। ਤਾਂ ਉਹ ਪੱਥਰ ਵਗੈਰਾ ਵਾਲੇ ਕੀ ਆ, ਉਹਨਾਂ ਨੂੰ ਇੱਕ ਆਉਂਦਾ ਨਾ ਕਿ ਪੱਥਰ ਐਵੇਂ ਕੱਟਣਾ, ਐਵੇਂ ਲੱਗੂਗਾ, ਟਾਈਲਾਂ ਐਵੇਂ ਲੱਗਣਗੀਆਂ, ਉਹਨਾਂ ਕੋਲ ਕੀ ਹੈ ਸਕਿੱਲ, ਠੀਕ ਹੈ। ਅਨਸਕਿਲਡ ਹੋ ਗਏ ਜਿਹੜੇ ਉਹਨਾਂ ਦੀ ਹੈਲਪ ਕਰਦੇ। ਬਟ ਮੈਨੀ ਆਰ ਸਕਿਲਡ ਔਰ ਸੈਮੀ ਸਕਿਲਡ। ਕਾਫੀ ਸਾਰੇ ਇਹੋ ਜਿਹੇ ਜਿਹਨਾਂ ਨੂੰ ਬਹੁਤ ਸਾਰੀਆਂ ਕਲਾਵਾਂ ਆਉਂਦੀਆਂ, ਕਈ ਤਾਂ ਇਹੋ ਜਿਹੇ ਸੈਮੀ ਸਕਿਲਡ ਹੈ, ਮਤਲਬ ਕਿ ਠੀਕ ਠਾਕ ਜਾਂਦੇ ਆ। ਤਾਂ ਹੁਣ ਉਹ ਕਹਿ ਰਹੇ ਆ ਕਿ ਅ ਲਾਰਜ ਸਕੇਲ ਡੀ ਸਕਿਲਿੰਗ ਕੁਡ ਟੇਕ ਪਲੇਸ। ਕਹਿੰਦੇ ਬਹੁਤ ਲਾਰਜ ਸਕੇਲ ਮਤਲਬ ਕਿ ਬਹੁਤ ਵੱਡੀ ਮਾਤਰਾ 'ਤੇ ਡੀ ਸਕਿਲਿੰਗ ਦਾ ਮਤਲਬ ਹੁੰਦਾ ਸਕਿੱਲਸ ਖਤਮ ਹੋ ਸਕਦੇ ਹੈ। ਕੁਡ ਟੇਕ ਪਲੇਸ ਮਤਲਬ ਜਗ੍ਹਾ ਲੈ ਸਕਦੇ ਹੈ। ਇਫ ਦੇ ਡੂ ਨੋਟ ਫਾਈਂਡ ਵਰਕ। ਕੁਡ ਕਿਉਂ ਹੋ ਗਿਆ, ਸਕਦੇ ਹੈ, ਠੀਕ ਹੈ। ਸਕਦੇ ਨੂੰ ਜਦੋਂ ਆਪਾਂ ਕਹਿਣਾ ਹੋਵੇ ਨਾ ਇਹ ਅੱਗੇ ਜਾ ਕੇ ਕਰਾਂਗੇ, ਉਦੋਂ ਕੀ ਹੈ ਸਕਦੇ ਹੈ ਮਤਲਬ ਕਿ ਟੇਕ ਪਲੇਸ ਮਤਲਬ ਕਿ ਜਗ੍ਹਾ ਲੈ ਸਕਦੇ ਆ ਨਾ, ਆਪਾਂ ਐਵੇਂ ਕਹਿਣਾ, ਤਾਂ ਕਰਕੇ ਕੁਡ ਦਾ ਯੂਜ਼ ਕੀਤਾ ਗਿਆ। ਅਤੇ ਇਫ ਦੇ ਅਗਰ ਕਹਿੰਦੇ, ਮੈਂ ਤੁਹਾਨੂੰ ਦੱਸਿਆ ਸੀ ਨਾ ਇਫ ਤੋਂ ਬਾਅਦ ਕੀ ਆਉਂਦਾ ਹੁੰਦਾ ਆਪਣਾ ਸਿੰਪਲ ਟੈਂਸ ਆਉਂਦਾ ਹੁੰਦਾ, ਪ੍ਰੈਜ਼ੈਂਟ ਸਿੰਪਲ ਟੈਂਸ। ਇਫ ਦੇ ਡੂ ਨੋਟ ਫਾਈਂਡ ਵਰਕ, ਦੇ ਨਾਲ ਡੂ ਆਇਆ ਕਿਉਂਕਿ ਪਲੂਰਲ ਹੈ। ਡੂ ਨੋਟ ਫਾਈਂਡ ਵਰਕ ਕਿਊਕਲੀ, ਉਹਨਾਂ ਨੂੰ ਜਲਦੀ ਤੋਂ ਕੰਮ ਨਹੀਂ ਮਿਲਿਆ, ਬਿਕੋਜ਼ ਦੇਅਰ ਸਕਿੱਲ ਵਿਲ ਬਿਗੇਨ ਟੂ ਰਸਟ। ਕਹਿੰਦੇ ਅਗਰ ਉਹਨਾਂ ਨੂੰ ਕੰਮ ਨਹੀਂ ਮਿਲਿਆ ਤਾਂ ਉਹਨਾਂ ਦੇ ਜਿਹੜੇ ਸਕਿੱਲਸ ਹੈ ਉਹ ਖਤਮ ਹੋਣੇ ਸ਼ੁਰੂ ਹੋ ਜਾਣਗੇ। ਰਸਟ ਦਾ ਮਤਲਬ ਉਹਨਾਂ ਨੂੰ ਜੰਗ ਲੱਗਣੀ ਸ਼ੁਰੂ ਹੋ ਜੂਗੀ। ਐਂਡ ਡਿਮਨਿਸ਼ ਇਫ ਨੋਟ ਯੂਜ਼। ਕਹਿੰਦੇ ਅਗਰ ਉਹ ਯੂਜ਼ ਹੀ ਨਾ ਕੀਤੇ ਗਏ ਨਾ ਉਹ ਤਾਂ ਗਾਇਬ ਹੀ ਹੋ ਜਾਣਗੇ। ਜਿਵੇਂ ਕਿ ਹੁਣ ਤੁਸੀਂ 10th ਦਾ ਜਿਹੜਾ ਪੜ੍ਹਿਆ ਹੋਇਆ ਨਾ, ਤਾਂ ਅਗਰ ਤੁਸੀਂ ਅੱਜ ਦੇਖੋਗੇ ਨਾ ਪੜ੍ਹ ਕੇ, ਤਾਂ ਜਦੋਂ 10th ਕਰ ਰਹੇ ਸੀ ਉਹ ਤਾਂ ਸਭ ਕੁਝ ਯਾਦ ਹੋਣਾ, ਲੇਕਿਨ ਅੱਜ ਅਗਰ ਚੱਕ ਕੇ ਦੇਖੋਗੇ ਨਾ ਕੁਛ ਵੀ ਨਹੀਂ ਯਾਦ ਆਉਣਾ ਇੱਕ ਵਾਰੀ, ਕਿਉਂਕਿ ਐਵੇਂ ਹੀ ਵਰਕਰਸ ਦੇ ਨਾਲ ਹੋਊਗਾ। ਅਗਰ ਉਹ ਘਰੇ ਬੈਠੇ ਰਹਿਣਗੇ, ਕੰਮ ਨਹੀਂ ਹੋਊਗਾ, ਤਾਂ ਉਹ ਸਕਿੱਲਸ ਹੀ ਭੁੱਲ ਜਾਣਗੇ, ਤਾਂ ਉਹ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਆਪਣੇ ਇੰਡੀਆ ਨੂੰ ਹੋਊਗਾ। ਕਈ ਵਾਰ ਕੀ ਹੁੰਦਾ ਆਪਾਂ ਨੂੰ ਕਹਿੰਦੇ ਨਾ ਰੀਡ ਬਿਟਵੀਨ ਦ ਲਾਈਨਸ। ਹੁਣ ਅਗਰ ਮੈਂ ਇਹਨਾਂ ਲਾਈਨ ਦੇ ਵਿਚਾਲੇ ਦੇਖਾਂ ਤਾਂ ਕੁਛ ਵੀ ਨਹੀਂ ਹੈ। ਬਿਟਵੀਨ ਦ ਲਾਈਨਸ ਹੁੰਦਾ ਕਈ ਵਾਰ ਆਪਾਂ ਨੂੰ ਜਿਹੜਾ ਔਥਰ ਪਿੱਛੇ ਕੁਛ ਕਹਿਣਾ ਚਾਹੁੰਦਾ ਨਾ, ਉਹਦੀ ਗਹਿਰਾਈ ਆਪਾਂ ਨੂੰ ਸਮਝਣੀ ਪੈਂਦੀ ਹੈ, ਠੀਕ ਹੈ। ਤਾਂ ਹਮੇਸ਼ਾ ਕੀ ਕਰਿਆ ਕਰੋ, ਉਸਨੂੰ ਬਿਟਵੀਨ ਦ ਲਾਈਨਸ ਮਤਲਬ ਕਿ ਉਹਦੀ ਜਿਹੜੀ ਗਹਿਰਾਈ ਆ ਉਹ ਕਹਿਣਾ ਚਾਹੁੰਦਾ, ਉਸ ਚੀਜ਼ ਨੂੰ ਸਮਝਣਾ ਚਾਹੀਦਾ। ਇੱਥੋਂ ਤੱਕ ਤੁਹਾਨੂੰ ਸਮਝ ਆ ਗਿਆ। ਹੁਣ ਆਪਾਂ ਇੱਕ ਨਾਲ ਕਰਦੇ ਹਾਂ ਕਿ ਕਹਿਣਾ ਕੀ ਚਾਹੁੰਦਾ ਉਹ। ਮੈਨੂੰ ਲੱਗਦਾ ਹੁਣ ਤੁਹਾਨੂੰ ਜਿਹੜੀਆਂ ਇਹ ਮੁਸ਼ਕਿਲਾਂ ਜਿਹੜੀਆਂ ਕਿ ਮਾਈਗਰੈਂਟ ਵਰਕਰਸ ਨੇ ਫੋਲੋ ਕੀਤੀਆਂ ਨਾ, ਉਹ ਤੁਹਾਨੂੰ ਸਮਝ ਆ ਗਿਆ ਹੋਣਾ ਕਿਉਂ ਉਹਨਾਂ ਨੂੰ ਇੰਨੀ ਜਲਦੀ ਸੀ ਆਪਦੇ ਘਰਾਂ ਨੂੰ ਵਾਪਸ ਜਾਣ ਦੀ, ਕਿਉਂ ਮਜ਼ਦੂਰ ਹਜੇ ਵੀ ਭਟਕਦੇ ਫਿਰਦੇ ਆਪਦੇ ਘਰਾਂ ਨੂੰ ਵਾਪਸ ਜਾਣ ਲਈ। ਤੁਸੀਂ ਬਹੁਤ ਚੰਗੇ ਹੋ, ਤੁਸੀਂ ਆਪਦੇ ਘਰਾਂ ਦੇ ਵਿੱਚ ਸੇਫ ਹੋ, ਉਹਨਾਂ ਦੇ ਆਪਦੇ ਘਰ ਵੀ ਨਹੀਂ ਹੈ। ਫਿਰ ਉੱਤੋਂ ਦੀ ਲੋਕਾਂ ਦੀਆਂ ਗਾਲਾਂ ਵੀ ਸੁਣਨੀਆਂ ਪੈਂਦੀਆਂ, ਪੁਲਿਸ ਵਾਲਿਆਂ ਦੇ ਡੰਡੇ ਵੀ ਖਾਣੇ ਪੈ ਰਹੇ ਕਿ ਕੁਛ ਨਹੀਂ ਕਰਨਾ ਪੈ ਰਿਹਾ ਉਹਨਾਂ ਨੂੰ। ਦੇਖੋ, ਵੀ ਹੈਵ ਟਰੀਟਡ ਆ ਮਾਈਗਰੈਂਟ ਵਰਕਰਸ ਅਬੋਮਿਨੇਬਲੀ, ਮਤਲਬ ਕਿ ਆਪਾਂ ਬਹੁਤ ਗੰਦੇ ਤਰੀਕੇ ਨਾਲ ਜਿਹੜੇ ਆਪਦੇ ਮਾਈਗਰੈਂਟ ਵਰਕਰਸ ਆ ਉਹਨਾਂ ਨੂੰ ਟਰੀਟ ਕੀਤਾ। ਵਿਦ ਨੋ ਮਨੀ ਟੂ ਪੇ ਰੈਂਟ ਔਰ ਬਾਏ ਫੂਡ, ਦੀਜ਼ ਵਰਕਰਸ ਹੈਡ ਨੋਟ ਚੋਇਸ ਬਟ ਟੂ ਸਟਾਰਟ ਵਾਕਿੰਗ ਬੈਕ ਟੂ ਦੇਅਰ ਵਿਲੇਜਿਸ। ਕਹਿੰਦੇ ਉਹਨਾਂ ਕੋਲ ਕੋਈ ਪੈਸਾ ਰੈਂਟ ਦੇਣ ਨੂੰ ਨਹੀਂ ਸੀ, ਰੈਂਟ ਮਤਲਬ ਕਿਰਾਇਆ, ਫੂਡ ਖਰੀਦਣ ਨੂੰ ਪੈਸਾ ਨਹੀਂ ਸੀ, ਤਾਂ ਉਹਨਾਂ ਕੋਲ ਕੋਈ ਚੋਇਸ ਨਹੀਂ ਸੀ ਬਜਾਏ ਵਾਪਸ ਜਾਣ ਦੇ ਆਪਦੇ ਘਰਾਂ ਨੂੰ। ਵਿਲ ਦੇ ਰਿਟਰਨ ਟੂ ਵਰਕ ਇਨ ਦ ਸਿਟੀਜ਼ ਦੈਟ ਟਰੀਟਡ ਦੈਮ ਸੋ ਕ੍ਰੂਅਲੀ। ਕਹਿੰਦੇ ਹੁਣ ਕੀ ਤੁਹਾਨੂੰ ਲੱਗਦਾ ਕਿ ਉਹ ਵਾਪਸ ਆਉਣਗੇ ਆਪਦੇ ਕੰਮਾਂ 'ਤੇ, ਜਿਨ੍ਹਾਂ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸ਼ਹਿਰਾਂ ਦੇ ਵਿੱਚ ਜਿੱਥੇ ਉਹਨਾਂ ਨੂੰ ਬੁਰੇ ਤਰੀਕੇ ਨਾਲ ਟਰੀਟ ਕੀਤਾ ਗਿਆ। ਹਾਰਡ ਟੂ ਸੇ ਮਤਲਬ ਕਹਿਣਾ ਔਖਾ ਹੈ, ਬਟ for the time being at least they are likely to stay with the families and make to do what
ਵਟ ਐਵਰ ਦੇ ਹੈਵ। ਕਹਿੰਦੇ ਚਲੋ ਪਰ ਕਹਿੰਦੇ ਫਿਲਹਾਲ ਘੱਟੋ ਘੱਟ ਉਹ ਆਪਦੀ ਫੈਮਲੀਜ਼ ਦੇ ਨਾਲ ਜੋ ਕੁਝ ਕਰ ਸਕਦੇ ਹੋ ਉਹਨਾਂ ਕੁ ਤਾਂ ਕਰਨਗੇ। ਦਿਸ ਟ੍ਰੈਜਡੀ ਇਜ਼ ਐਚ ਮਚ ਐਜ਼ ਹਿਊਮੈਟੇਰੀਅਨ ਐਜ਼ ਐਨ ਇਕਨੋਮਿਕ ਵਨ। ਕਹਿੰਦੀ ਜਿਹੜੀ ਇਹ ਦੁਖਦ ਘਟਨਾ ਤੋਂ ਆਪਣਾ ਇੰਡੀਆ ਗਰੋ ਥਰੂ ਹੋ ਰਿਹਾ ਜਾ ਰਿਹਾ ਹੈ, ਇਹਦੇ ਵਿੱਚ ਨਾ ਸਿਰਫ ਇਕਨੋਮਿਕ ਮਤਲਬ ਕਿ ਪੈਸੇ ਦੇ ਰਿਲੇਟਡ ਲੋਸ ਹੈ, ਬਲਕਿ ਮਾਨਵਤਾ ਦਾ ਲੋਸ ਵੀ ਹੈ ਜਿਹੜਾ ਓਨਾ ਹੀ ਲੋਸ ਨਹੀਂ ਕਵਾਂਗੇ ਜਿੰਨਾ ਅਸਰ ਇਸਦਾ ਪੈਸਿਆਂ 'ਤੇ ਵਾਲੀ ਇਕੋਨਮੀ 'ਤੇ ਓਨਾ ਹੀ ਅਸਰ ਦਾ ਮਾਨਵਤਾ 'ਤੇ ਵੀ ਹੈਗਾ। ਵਰਕਰਸ ਹੈਵ ਨੋਟ ਜਸਟ ਲੋਸ ਦੇਅਰ ਲਾਈਵਲੀਹੁੱਡ, ਦੇ ਆਰ ਨਾਓ ਆਲਸੋ ਸਟੇਰਿੰਗ ਐਟ ਅਨਸਰਟਨ ਫਿਊਚਰ। ਕਹਿੰਦੇ ਉਹਨਾਂ ਨੇ ਆਪਦਾ ਘਰ-ਬਾਰ ਪੈਸੇ ਕਮਾਉਣ ਦਾ ਸਾਧਨ ਹੀ ਨਹੀਂ ਖੋਇਆ, ਹੁਣ ਕੀ ਕਰ ਰਿਹਾ ਉਹ ਇੱਕ ਅਨਸਰਟਨ ਫਿਊਚਰ ਮਤਲਬ ਕਿ ਜਿਹੜਾ ਕਿਸੇ ਨੇ ਦੇਖਿਆ ਨਹੀਂ, ਪਤਾ ਨਹੀਂ ਕੀ ਹੋਊ, ਪੋਜ਼ੀਟਿਵ ਹੋਣਾ ਲਈ ਨੈਗੇਟਿਵ ਹੋਊ, ਉਹਦੇ ਬਣੀ ਇਹ ਇੱਕ ਟਿਕੀ ਇੱਕ ਉਮੀਦ ਲਈ ਬੈਠੇ ਹੈ। ਵਿਲ ਦ ਇਕੋਨਮੀ ਰਿਕਵਰ ਫਾਸਟ ਇਨਫ ਟੂ ਅਬਜ਼ੋਰਬ ਦੈਮ ਅਗੇਨ। ਕਹਿੰਦੇ ਹੁਣ ਜਿਹੜੇ ਇਹ ਮਾਈਗਰੈਂਟ ਵਰਕਰਸ ਹੈ ਆਪਦੇ ਕੰਮ ਖੋ ਚੁੱਕੇ ਹੈ, ਆਪਣੀ ਇਕੋਨਮੀ ਹੈ ਜਿਹੜੀ ਉਹ ਇੰਨੀ ਫਾਸਟ ਰਿਕਵਰ ਕਰ ਪਾਊਗੀ ਕਿ ਸਾਰੇ ਜਿਹੜੇ ਇੰਨਾ ਕੰਮ ਹੋਵੇ ਕਿ ਉਹ ਸਾਰੇ ਮਜ਼ਦੂਰ ਆਪਦੇ ਕੰਮਾਂ 'ਤੇ ਵਾਪਸ ਆ ਜਾਣ। ਲੌਂਗ ਪੀਰੀਅਡ ਆਫ ਵੇਟਿੰਗ ਐਂਡ ਇਨਐਕਸ਼ਨ ਵਿਲ ਹੈਵ ਅ ਕੋਸਟ। ਕਹਿੰਦੇ ਅਗਰ ਆਪਾਂ ਨੂੰ ਬਹੁਤ ਸਾਰਾ ਟਾਈਮ ਵੇਟ ਕਰਨਾ ਪਿਆ, ਆਪਾਂ ਕੁਛ ਵੀ ਨਹੀਂ ਕਰਾਂਗੇ ਤਾਂ ਇਸਦੀ ਇੱਕ ਕੀਮਤ ਚੁਕਾਉਣੀ ਪਊ। ਕੀਮਤ ਦੇਖਦੇ ਹਾਂ, ਸਮ ਆਫ ਦੀਜ਼ ਪੀਪਲ ਆਰ ਅਨਸਕਿਲਡ ਲੇਬਰ। ਕੁਛ ਤਾਂ ਅਨਸਕਿਲਡ ਹੈ ਬਟ ਮੈਨੀ ਆਰ ਸਕਿਲਡ ਐਂਡ ਸੈਮੀ ਸਕਿਲਡ। ਕੁਛ ਲੇਕਿਨ ਕਾਫੀ ਸਾਰੇ ਇਹੋ ਜਿਹੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਸਕਿਲਡ ਹੈ, ਮਤਲਬ ਕਿ ਜਿਹਨਾਂ ਕੋਲ ਬਹੁਤ ਹੀ ਸਾਰੀ ਕਲਾ ਹੈ, ਇੱਕ ਹੁਨਰ ਹੈ, ਅਤੇ ਕੁਛ ਜਿਹੜੇ ਠੀਕ ਠਾਕ ਹੁਨਰ ਹੈ। ਅ ਲਾਰਜ ਸਕੇਲ ਡੀਸਕਿਲਿੰਗ ਕੁਡ ਟੇਕ ਪਲੇਸ ਇਫ ਦੇ ਡੂ ਨਾਟ ਫਾਈਂਡ ਵਰਕ ਕੁਇਕਲੀ। ਕਹਿੰਦੇ ਅਗਰ ਉਹਨਾਂ ਨੂੰ ਜਲਦੀ ਤੋਂ ਕੰਮ ਨਹੀਂ ਮਿਲੂਗਾ ਤਾਂ ਬਹੁਤ ਸਾਰੀ ਡੀਸਕਿਲਿੰਗ ਹੋ ਜੂਗੀ, ਬਹੁਤ ਸਾਰੇ ਲੋਕ ਜਿਹੜੇ ਆਪਦੇ ਸਕਿੱਲਸ ਭੁੱਲ ਜਾਣਗੇ। ਬਿਕੋਜ਼ ਦੇਅਰ ਸਕਿੱਲਸ ਬਿਗੇਨ ਟੂ ਰਸਟ ਐਂਡ ਡਿਮਿਨਿਸ਼ ਇਫ ਨਾਟ ਯੂਜ਼ਡ। ਕਹਿੰਦੇ ਇਹੀ ਜਿਹੜੇ ਸਕਿੱਲ ਆ ਉਹਨਾਂ ਨੂੰ ਜੰਗ ਲੱਗ ਜੂਗੀ ਅਤੇ ਗਾਇਬ ਹੀ ਹੋ ਜਾਣਗੇ ਜੇ ਉਹ ਨਾ ਯੂਜ਼ ਕੀਤੇ ਗਏ। ਹੁਣ ਜਿਵੇਂ ਕਿ ਇੱਕ ਟੀਚਰ ਹੈ, ਅਗਰ ਉਸਨੂੰ 5-6 ਸਾਲ ਕੰਮ ਨਾ ਮਿਲੇ ਨਾ ਤਾਂ ਉਹਨੂੰ ਅਗਰ 5-6 ਸਾਲਾਂ ਬਾਅਦ ਪੜ੍ਹਾਉਣ ਨੂੰ ਕਿਹਾ ਜਾਵੇ ਤਾਂ ਉਹਦੇ ਵਾਸਤੇ ਬਹੁਤ ਹੀ ਔਖਾ, ਕਿਉਂਕਿ ਪਹਿਲੀ ਗੱਲ ਤਾਂ ਅਪ ਟੂ ਡੇਟ ਰਹਿਣਾ ਪੈਂਦਾ, ਦੂਜੀ ਗੱਲ ਜਿਹੜੇ ਸਕਿੱਲਸ ਹੁੰਦੇ ਆ ਨਾ ਉਹ ਖਤਮ ਹੋ ਜਾਂਦੇ। ਇਹ ਚੀਜ਼ ਹੁੰਦੀ ਹੈ ਸਕਿੱਲਡ ਅਤੇ ਅਨਸਕਿਲਡ ਪਰਸਨ ਦੇ ਵਿੱਚ। ਹੁਣ ਆਪਾਂ ਇੱਕ ਵਾਰੀ ਹਿੰਦੀ 'ਚ ਕਰ ਲੈਂਦੇ ਹਾਂ। ਮੈਂ ਹਿੰਦੀ ਇਸ ਲਈ ਲਾਸਟ 'ਤੇ ਕਰਵਾਉਂਦੀ ਹਾਂ ਕਿਉਂਕਿ ਬਹੁਤ ਹੀ ਥੋੜ੍ਹੇ ਬੱਚੇ ਹੁੰਦੇ ਹਿੰਦੀ ਦੇ ਵਿੱਚ ਕਰਨ ਵਾਲੇ, ਤਾਂ ਜਿਨ੍ਹਾਂ ਨੇ ਜਾਣਾ ਉਹਨਾਂ ਦਾ ਟਾਈਮ ਵੇਸਟ ਨਹੀਂ ਹੋਊਗਾ, ਤੁਸੀਂ ਜਾ ਸਕਦੇ ਹੋ, ਮੈਨੂੰ ਕੋਈ ਦਿੱਕਤ ਨਹੀਂ ਅਗਰ ਤੁਸੀਂ ਰੁਕਣਾ ਚਾਹੁੰਦੇ ਹੋ। ਵੀ ਹੈਵ ट्रीटेड, ਹੁਣ मैं ਤੁਹਾਨੂੰ एक समरी है ਜਿਹੜੀ इसकी बिना इंग्लिश पढ़े दस देनी है। अब ये बोल रहे हैं कि जो माइग्रेंट वर्कर है, प्रवासी वर्कर्स हैं, मज़दूर लोग हैं, उनको बहुत बुरी तरीके से हम लोगों ने ट्रीट किया, बिहेव किया उनके साथ। तो उनके पास कोई पैसा नहीं था किराया देने के लिए, ना ही कोई पैसा था खाना खाने के लिए, क्योंकि इंसान कमाता ही खाने के लिए, अगर खाने के लिए पैसा नहीं है तो कहाँ पे जाएगा वो। दीज वर्कर्स हैं नो चॉइस, उनके पास कोई भी चॉइस नहीं थी, सिर्फ एक ही चॉइस थी, अपने घर को वापस जाना, अपने होम टाउन को वापस जाना। अब क्वेश्चन आ रहा है कि क्या जहाँ पे हमने इतने गंदे तरीके से शहरों में उनके साथ इतने गंदे से ट्रीट किया गया है, उतने बुरे तरीके से ट्रीट किया गया है, वहाँ पे वो काम करने के लिए वापस आएंगे? कहते कहना मुश्किल है, लेकिन फ़िलहाल के लिए एटलीस्ट मतलब कम से कम वो अपनी फैमिलीज़ के तो साथ है, तो जितना है उससे ही कुछ ना कुछ कर पाएंगे। ये जो घटना चल रही है इसके कारण ना सिर्फ हमारी इकोनॉमिक्स पे असर है, बल्कि हमारे जो मानव लोग हैं, मनुष्य है, उस पर भी असर जो है इसका देखने को आ रहा है। वर्कर्स ने ना सिर्फ अपना जो रहने सहने, अपना पैसा कमाने का तरीके को खो दिया है, बल्कि वो एक जो भविष्य जो देखा नहीं गया उस पे भी क्या कहते हैं अनुमान लगा रहे हैं कि काश उनके लिए कुछ पॉजिटिव हो जाए। अब एक क्वेश्चन फिर आ रहा है कि क्या हमारी जो इकोनॉमी है वो इतनी जल्दी रिकवर कर पाएगी कि सारे के सारे जो मज़दूर लोग हैं वो अपने काम पे वापस आ सकेंगे, इकोनॉमी उनको अब्जॉर्ब कर पाएगी, सोख पाएगी। लॉन्ग पीरियड ऑफ वेटिंग, लंबे समय का इंतज़ार और कुछ ना करना बहुत ज़्यादा उसकी कीमत पड़ सकती है, क्योंकि कुछ लोग तो हमारे पास ऐसे हैं जिनके पास कोई स्किल नहीं है, लेकिन कुछ बहुत सारे ऐसे हैं जिनके पास स्किल है और जो सेमी स्किल्ड है, मतलब थोड़ी बहुत स्किल्स है। अगर हमने कुछ भी काम जल्दी से जल्दी नहीं किया तो बहुत सारे लोग ऐसे हैं जो अपनी स्किल्स है जो खो बैठेंगे, क्योंकि उनकी जो स्किल्स है उसको जंग लग जाएगी और जल्दी ही ख़त्म हो जाएगी अगर हमने उसे अच्छे से यूज़ ना किया। आई होप
सोनू समझ आ गया होना सारिਆਂ ਨੂੰ, ठीक है। थैंक यू। एंड ਹੁਣ ਤੋਂ ट्राई करो करो रीड बिटवीन दी लाइन्स, मतलब कि विद जो आप कहते हैं ना सामने वाला बंदा कह रहा ਹੁੰਦਾ ਆਪਾਂ ਉਹਦੇ ਪਿੱਛੇ ਸਮਝਣ ਦੀ ਕੋਸ਼ਿਸ਼ ਕਰਦੇ, ਉਵੇਂ ਹੀ ਕਈ ਵਾਰ ਪੈਰਾਗ੍ਰਾਫਸ ਹੁੰਦੇ ਜਿਨ੍ਹਾਂ ਦੇ ਆਪਾਂ ਨੂੰ ਪਿੱਛੋਂ ਤੱਕ ਥੋੜ੍ਹਾ ਜਿਹਾ ਸੋਚਣਾ ਪੈਂਦਾ, ਠੀਕ ਹੈ। ਥੈਂਕ ਯੂ। ਅਤੇ ਇੱਕ ਵਾਰੀ ਖੁਦ ਜ਼ਰੂਰ ਪੜ੍ਹ ਕੇ ਦੇਖਣਾ ਕਿ ਜਿਹੜੀ ਮੈਂ ਤੁਹਾਨੂੰ ਐਕਸਪਲੇਨੇਸ਼ਨ ਦਿੱਤੀ ਹੈ, ਅਗਰ ਤੁਸੀਂ ਉਸਨੂੰ ਬਾਅਦ 'ਚੋਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹੋ ਤੁਹਾਨੂੰ ਈਜ਼ੀਲੀ ਸਮਝ ਆ ਰਿਹਾ ਜਾਂ ਨਹੀਂ ਆ ਰਿਹਾ। ਥੈਂਕ ਯੂ, ਹੈਵ ਅ ਨਾਈਸ ਡੇ।